ਹਰੂਨ ਦੇ ਵਿਸ਼ੇ ਵਿੱਚ। ਹਾਲੇਲੂਇਆ। ਪੁਰਾਣੇ ਨਿਯਮ ਦੇ ਵਿੱਚ ਹਰੂਨ ਮਹਾਜਾਜਕ ਦੇ ਵਿਸ਼ੇ ਵਿੱਚ ਆਪਾਂ ਬਾਣੀ ਚੋਂ ਸਿੱਖ ਰਹੇ ਹਾਂ। ਪੁਰਾਣੇ ਨਿਯਮ ਦੇ ਵਿੱਚ ਜਿਹੜਾ ਹਰੂਨ ਮਹਾਜਾਜਕ ਹੈ, ਨਵੇਂ ਨਿਯਮ ਦੇ ਵਿੱਚ ਜਿਹੜਾ ਹੈ ਯਿਸੂ ਮਸੀਹ ਉਹਦੀ ਛਾਇਆ ਹੈ। ਯਿਸੂ ਮਸੀਹ ਦੀ ਕੀ ਹੈ? ਤਸਵੀਰ ਹੈ, ਛਾਇਆ ਹੈ। ਪੁਰਾਣੇ ਨਿਯਮ ਦਾ ਮਹਾਜਾਜਕ ਹਰੂਨ। ਹਾਲੇਲੂਇਆ। ਔਰ ਆਪਾਂ ਖੁਦਾ ਦੇ ਕਲਾਮ ਦੇ ਵਿੱਚੋਂ ਲਗਾਤਾਰ ਸਿੱਖਦੇ ਰਹਿੰਦੇ ਹਾਂ। ਤੁਹਾਨੂੰ ਇਹ ਵਿਸ਼ਾ ਕੋਈ ਜ਼ਿਆਦਾ ਗਹਿਰਾ ਤਾਂ ਨਹੀਂ ਲੱਗਦਾ? ਸਮਝ ਆ ਰਿਹਾ? ਹਾਂਜੀ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਤੁਹਾਡੇ ਚੋਂ ਕਿਸੇ ਦਾ ਵੀ ਕੋਈ ਵੀ ਕਲੀਸਿਆ ਦੇ ਮੈਂਬਰ ਦਾ ਕੁਛ ਇਦਾਂ ਦਾ ਵਿਚਾਰ ਹੋ ਸਕਦਾ ਹੈ ਵੀ ਪਤਾ ਨਹੀਂ ਸਾਡੇ ਤੇ ਆਪਣਾ ਗਿਆਨ ਝਾੜਨ ਦੇ। ਹਾਲੇਲੂਇਆ। ਮੈਂ ਤਾਂ ਤੁਹਾਨੂੰ ਪੁੱਛਿਆ। ਅਸੀਂ ਸ਼ੁਰੂਆਤ ਤੋਂ ਲੈ ਕੇ ਬੁਨਿਆਦੀ ਉਪਦੇਸ਼ ਤੋਂ ਲੈ ਕੇ ਤੁਹਾਨੂੰ ਸਿਖਾਉਂਦੇ ਆ ਰਹੇ ਹਾਂ। ਇੱਕਦਮ ਕੋਈ ਸ਼ਬਦ ਵਿਸ਼ਾ ਨਹੀਂ ਸੁਣਾ ਰਹੇ। ਕਿੱਦਾਂ ਕਰ ਰਹੇ ਹਾਂ? ਬੁਨਿਆਦੀ ਉਪਦੇਸ਼ ਤੋਂ ਲੈ ਕੇ ਸੁਣਾ ਰਹੇ ਆ ਰਹੇ ਹਾਂ। ਹਾਲੇਲੂਇਆ। ਉਸ ਤੋਂ ਬਾਅਦ ਅਸੀਂ ਤੌਬਾ ਦੇ ਬਾਰੇ ਵੀ ਸਿਖਾਇਆ, ਮੁਕਤੀ ਦੇ ਬਾਰੇ ਵੀ ਸਿਖਾਇਆ, ਪਿਆਰ ਦੇ ਬਾਰੇ ਸਿਖਾਇਆ ਔਰ ਦੁਲਹਨ ਦੇ ਬਾਰੇ ਵਿੱਚ ਸਿਖਾਇਆ। ਪਰ ਜੋ ਵੀ ਵਿਸ਼ੇ ਸੀਗੇ ਉਹ ਸਿਖਾਇਆ। ਔਰ ਇਹ ਅਸੀਂ ਕਿਉਂ ਸਿਖਾਉਂਦੇ ਆ ਰਹੇ ਹਾਂ? ਹੋਰ ਗਾਂ ਜਾ ਕੇ ਜਿਹੜੀਆਂ ਗੱਲਾਂ ਜ਼ਿਆਦਾਤਰ ਚਰਚਾਂ ਦੇ ਵਿੱਚ ਜਿਹੜੀਆਂ ਸਿਖਾਈਆਂ ਜਾਂਦੀਆਂ ਵੀ ਲੋਕਾਂ ਨੂੰ ਇੱਕ ਸੀਮਤ ਦਾਇਰੇ ਤੱਕ ਹੀ ਰੱਖ ਲਿਆ ਜਾਂਦਾ ਆ। ਹਾਲੇਲੂਇਆ। ਇਹ ਤਾਂ ਸਿਖਾ ਰਹੇ ਹਾਂ ਜਿੱਦਾਂ ਇਬਰਾਨੀਆਂ 6:6 ਚ ਲਿਖਿਆ, ਹੁਣ ਆਦ ਦੀਆਂ ਗੱਲਾਂ ਨੂੰ ਛੱਡ ਕੇ ਕੀ ਕਰੋ ਬੋਲੋ? ਅਗਾਂਹ ਵਧੋ। ਹਾਲੇਲੂਇਆ। ਹਾਲੇਲੂਇਆ। ਉਹੋ ਹੀ ਜਲ ਇਸ਼ਨਾਨਾਂ ਦੀ ਨਾ ਸਿੱਖਿਆ ਜਾਂ ਹੋਰ ਕਈ ਕੁਛ ਉਹਦੇ ਚ ਗੱਲਾਂ ਲਿਖੀਆਂ, ਉਹਨਾਂ ਤੋਂ ਅੱਗੇ ਵੱਧ ਕੇ ਸਿੱਖਣਾ। ਹਾਲੇਲੂਇਆ। ਆਪਾਂ ਕੀ ਕਰਨਾ ਹੁਣ? ਅੱਗੇ ਵੱਧ ਕੇ ਸਿੱਖਣਾ। ਸਿੱਖਣ ਦਾ ਤੁਹਾਡਾ ਮਨ ਹੋਊਗਾ ਤੇ ਕੋਈ ਵੀ ਗੱਲ ਤੁਹਾਨੂੰ ਗਹਿਰੀ ਤੋਂ ਗਹਿਰੀ ਵੀ ਆਰਾਮ ਦੇ ਨਾਲ ਸਮਝ ਆ ਜਾਊਗੀ। ਯਾਨੀ ਕਿ ਦੂਸਰੇ ਸ਼ਬਦਾਂ ਵਿੱਚ ਪਾਚਨ ਸ਼ਕਤੀ ਆਪਣੀ ਠੀਕ ਆ ਕਿ ਸਭ ਕੁਝ ਕੀ ਕਰ ਸਕਦੇ ਆ? ਪਚਾ ਸਕਦੇ ਹਾਂ। ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਹੋ, ਮੈਂ ਸਾਰਾ ਕੁਝ ਪਚਾ ਲੈਣਾ। ਹਾਲੇਲੂਇਆ। ਹਾਲੇਲੂਇਆ। ਜੋ ਮਰਜ਼ੀ ਖੜਾ ਦਿਓ, ਪਚ ਜਾਣਾ। ਇੱਕ ਵਾਰੀ ਅਸੀਂ ਗਏ ਉਧਰ ਕੁੱਲੂ ਮਨਾਲੀ ਵੱਲ, ਮਨਾਲੀ ਤੋਂ ਬਾਹਰ ਰੋਹਤਾਂਗ ਦੇ ਵਿੱਚ ਕੋਈ ਜ਼ਿਆਦਾ ਢਾਬੇ ਢੁੱਬੇ ਦੇ ਉੱਚੇ ਪਹਾੜ ਤੇ ਬਰਫੀਲਾ ਸਿਸਟਮ ਹੈ ਉੱਥੇ। ਤੇ 2-4 ਢਾਬੇ ਜੇ ਸੀਗੇ ਉੱਥੇ, ਤੇ ਉੱਥੇ ਉਹਨਾਂ ਨੇ ਸਵੇਰੇ ਅਸੀਂ ਪਹੁੰਚ ਗਏ ਤੇ ਉੱਥੇ ਉਹਨਾਂ ਨੇ ਸਵੇਰ ਦਾ ਜਿਹੜਾ ਬਣਾਇਆ ਸੀਗਾ ਪਰੌਂਠਿਆਂ ਦਾ ਨਾਸ਼ਤਾ ਬਣਾਇਆ ਸੀ। ਉਹ ਪਰੌਂਠੇ ਇਦਾਂ ਬਣਾਉਂਦੇ ਸੀਗੇ ਜਿੱਦਾਂ ਕੜਾਈ ਦੇ ਵਿੱਚ ਪੂੜੀ ਨਹੀਂ ਬਣਾਈ ਦੀ, ਆਲੂ ਵਾਲਾ ਪਰੌਂਠਾ ਆ ਤੇ ਉਹਨੇ ਇਦਾਂ ਕਰਕੇ ਤੇ ਉਹ ਜਿੱਦਾਂ ਰੋਟੀ ਵਾਂਗੂ ਦੇ ਵਿੱਚ ਸਿੱਟ ਦਿੱਤਾ, ਸਾਰਾ ਉਹਦੇ ਵਿੱਚ ਤਲ ਦਿੱਤਾ। ਕਾਫੀ ਹੈਵੀ ਹੋ ਜਾਂਦਾ ਕਾਫੀ। तो मेरे नाल दे ने जिन्नियां ने भी खाधे ना, कोई उल्टियां करे कोई कुछ करे, ते आपां तो मजा ही बहुत है कि पच भी गया। हालेलुया। 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 ਅਸੀਂ ਦੇਖਣਾ ਆ ਇਹ ਵਚਨ ਦੀ ਖੁਰਾਕ ਜਿੱਦਾਂ ਜਿੱਦਾਂ ਅਸੀਂ ਦੁੱਧ ਤੋਂ ਲੈ ਕੇ ਸ਼ੁਰੂ ਕੀਤੀ ਹੈ ਸਿਸਟਮ ਸਿਰ ਉਦਾਂ ਉਦਾਂ ਸਾਡੀ ਪਾਚਨ ਸ਼ਕਤੀ ਅਗਰ ਸਹੀ ਹੋ ਗਈ ਆ ਕਿ ਹਰੇਕ ਵਚਨ ਜਿਹੜਾ ਸਾਨੂੰ ਸਮਝ ਆ ਜਾਊਗਾ। ਦੂਸਰੀ ਗੱਲ ਇਹ ਵਚਨ ਜਿਹੜਾ ਬਹੁਤ ਸਾਰੇ ਟੀਚਰ ਲੋਕ ਸਿਖਾਉਂਦੇ ਆ ਪਰ ਬਹੁਤ ਗਹਿਰਾ ਹੁੰਦਾ ਆ, ਉੱਤੋਂ ਦੀ ਨਿਕਲ ਜਾਂਦਾ। ਪਰ ਮੈਂ ਹਰੇਕ ਚਾਹੇ ਉਹ ਪ੍ਰਕਾਸ਼ਿਤ ਵਾਕਿਆ, ਚਾਹੇ ਮਿਲਾਪ ਦਾ ਤੰਬੂ, ਚਾਹੇ ਕੋਈ ਵੀ ਗੱਲ ਆ, ਚਾਹੇ ਦੁਲਹਨ ਦਾ ਵਿਸ਼ਾ ਨੂੰ ਕਿੰਨਾ ਹਲਕਾ ਕਰਕੇ ਤੇ ਰਿਪੀਟ ਕਰ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਆਸਾਨ। ਜਦੋਂ ਤੁਹਾਨੂੰ ਸੁਣਾਉਣਾ ਹੈ ਤੇ ਨਾਲ ਨਾਲ ਮੈਂ ਵੀ ਉਹਨੂੰ ਸੁਣਦਾ ਰਹਿੰਦਾ ਹੈ। ਜੇ ਮੈਂ ਸੋਚ ਲੈਣਾ ਨਾ ਮੈਨੂੰ ਸਮਝ ਆ ਗਿਆ ਤੇ ਮੈਨੂੰ ਪਤਾ ਲੱਗ ਜਾਂਦਾ ਹੈ ਤੁਹਾਨੂੰ ਵੀ ਸਮਝ। ਹਾਲੇਲੂਇਆ। ਹਾਲੇਲੂਇਆ। ਇਸ ਲਈ ਇੱਥੇ ਹੁਣ ਆਪਾਂ ਜਿਹੜੀ ਇਹ ਤਸਵੀਰ ਦੇਖ ਰਹੇ ਮਹਾਜਾਜਕ ਦੀ ਆ, ਮਹਾਪੁਰੋਹਿਤ ਦੀ ਆ, ਮਹਾਗ੍ਰੰਥੀ ਜਿੱਦਾਂ ਹੁੰਦਾ ਵੱਡਾ ਗ੍ਰੰਥੀ, ਵੱਡਾ ਪੰਡਤ, ਇੱਕ ਪੰਡਤ ਦੇ ਥੱਲੇ ਪੰਡਤ, ਇੱਕ ਪੰਡਤ ਦੇ ਉੱਤੇ ਪੰਡਤ, ਪਾਦਰੀ ਦੇ ਥੱਲੇ ਪਾਦਰੀ, ਪਾਦਰੀ ਦੇ ਉੱਤੇ ਪਾਦਰੀ। ਸੋ ਇਹ ਉੱਚ ਪਦਵੀ ਦਾ ਹੈਗਾ ਹੈ, ਇਹਨੂੰ ਕਹਿੰਦੇ ਮਹਾਜਾਜਕ, ਹਾਈ ਪ੍ਰੀਸਟ। ਕਿਹੜਾ ਪ੍ਰੀਸਟ? ਹਾਈ ਮਹਾਜਾਜਕ। ਔਰ ਪੁਰਾਣੇ ਨਿਯਮ ਦੇ ਵਿੱਚ ਇਸ ਮਹਾਜਾਜਕ ਦੇ ਵਾਸਤੇ ਜਿਹੜਾ ਵਸਤਰਾਂ ਦਾ ਇੰਤਜ਼ਾਮ ਖੁਦਾ ਦੇ ਵੱਲੋਂ ਕੀਤਾ ਗਿਆ, ਜੋ ਕੁਝ ਵੀ ਇਹਦੇ ਵਸਤਰਾਂ 'ਚ, ਇਹਦੇ ਹੱਥ 'ਚ, ਜੋ ਕੁਝ ਇਹਦੇ ਕੋਲ ਹੈ, ਸਾਰਾ ਇਹਦੀ ਇੱਕ ਜ਼ਿੰਮੇਵਾਰੀ ਹੈ। ਖੁਦਾ ਦੇ ਨਾਲ ਸੰਬੰਧ ਬਣਾਏ ਰੱਖਣ ਲਈ ਇਹ ਜ਼ਿੰਮੇਵਾਰੀ ਹੈ ਇਹਦੇ ਕੋਲ। ਇਹਦਾ ਪਾਇਆ ਹੋਇਆ ਪਹਿਰਾਵੇ ਦਾ ਹਰ ਹਿੱਸਾ ਜਿਹੜਾ ਹੈ ਨਾ, ਉਹ ਖੁਦਾ ਵੱਲੋਂ ਬਖਸ਼ੇ ਗਏ ਹਰੂਨ ਦੇ ਕੰਮ ਨੂੰ ਦਿਖਾਉਂਦਾ ਹੈ। ਹਾਲੇਲੂਇਆ।
ਕੀ ਕਰਦਾ ਆ? ਕੰਮ। ਕੰਮ ਨੂੰ ਦਿਖਾਉਂਦਾ ਹੈ। ਯਾਨੀ ਕਿ ਕੋਈ ਵੀ ਚੀਜ਼ ਕੱਪੜਾ ਇਹਦੇ ਤੇ ਫਜ਼ੂਲ ਪਾਇਆ ਨਹੀਂ ਗਿਆ। ਅੱਜ ਵੀ ਆਪਾਂ ਅਲੱਗ-ਅਲੱਗ ਸਥਾਨਾਂ ਤੇ ਜਦੋਂ ਧਾਰਮਿਕ ਸਥਾਨਾਂ ਤੇ ਦੇਖਦੇ ਤੇ ਉਹਨਾਂ ਦੇ ਜਿਹੜੇ ਗ੍ਰੰਥੀ ਪਾਠੀ ਹੁੰਦੇ ਆ, ਪ੍ਰਚਾਰਕ ਹੁੰਦੇ ਆ, ਉਹਨਾਂ ਦੇ ਅਲੱਗ-ਅਲੱਗ ਬਾਣੀ ਹੁੰਦੀ ਆ, ਮਾਲਾ ਹੁੰਦੀ ਆ, ਤਿਲਕ ਹੁੰਦਾ ਆ, ਹਨਾ, ਅਲੱਗ-ਅਲੱਗ ਸਟਾਈਲ ਹੁੰਦਾ ਹੈ। ਕਾਹਦੇ ਲਈ? ਕਿ ਉਹ ਕੀ ਲੱਗਣ, ਬਾਕੀਆਂ ਦੇ ਨਾਲੋਂ ਕੀ ਲੱਗਣ, ਭਲਾ ਅਲੱਗ ਲੱਗਣ, ਉਹਨਾਂ ਦੀ ਪਹਿਚਾਣ ਰਵੇ। ਪਰ ਜਦੋਂ ਯਿਸੂ ਮਸੀਹ ਨੇ 2000 ਸਾਲ ਪਹਿਲਾਂ ਬਲੀਦਾਨ ਦੇ ਦਿੱਤਾ ਆਪਣਾ, ਸਾਡੇ ਪਾਪਾਂ ਦੀ ਕੀਮਤ ਚੁਕਾ ਦਿੱਤੀ, ਤੇ ਉਸ ਤੋਂ ਬਾਅਦ ਇਹ ਗ੍ਰੰਥੀਆਂ ਦਾ ਪ੍ਰੋਗਰਾਮ ਕੀ ਹੋ ਗਿਆ ਭਲਾ? ਗ੍ਰੰਥੀਆਂ ਦਾ ਪ੍ਰੋਗਰਾਮ ਤਾਂ ਚਾਲੂ ਆ, ਪਰ ਗ੍ਰੰਥੀਆਂ ਦੇ ਪਹਿਰਾਵੇ ਕੀ ਹੋ ਗਏ ਭਲਾ? ਖਤਮ। ਹਾਲੇਲੂਇਆ। ਹੁਣ ਇਹ ਪਹਿਰਾਵੇ ਦੇ ਵਿੱਚ ਜਿਹੜਾ ਰੂਹਾਨੀ ਭੇਤ ਆ, ਉਹਨੂੰ ਸਮਝ ਕੇ ਹੀ ਅੱਜ ਅਸੀਂ ਚੱਲਣਾ ਆ, ਕਿਉਂਕਿ ਸਾਡੀ ਬੰਦਗੀ ਜਿਸਮਾਨੀ ਨਹੀਂ, ਕਿਹੜੀ ਆ? ਰੂਹਾਨੀ। ਇਸ ਟਾਈਮ ਦੇ ਲੋਕਾਂ ਦੀ ਬੰਦਗੀ 2000 ਸਾਲ ਪਹਿਲਾਂ ਜਿਹੜੀ ਬੰਦਗੀ ਸੀ ਉਹ ਕਿਹੜੀ ਸੀਗੀ? ਜਿਹੜੀ ਪਰਮੇਸ਼ਰ ਨੇ ਠਹਿਰਾਈ ਹੋਈ ਬੰਦਗੀ ਸੀ, ਉਹ ਕਿਹੜੀ ਸੀਗੀ? ਸਰੀਰਕ ਸੀ। ਪਰ ਸਾਡੀ ਬੰਦਗੀ ਕਿਹੜੀ ਆ? ਰੂਹਾਨੀ ਆ। ਤੇ ਸਾਡੇ ਕੋਲ ਰੂਹਾਨੀ ਗੱਲਾਂ ਦਾ ਪ੍ਰਕਾਸ਼ਨ ਹੋਣਾ ਹੈ, ਕਿਉਂਕਿ ਅਸੀਂ ਉਸ ਪਰਮੇਸ਼ਰ ਦੇ ਨਾਲ ਸਦਾ ਦੇ ਕਾਲ ਦੇ ਲਈ ਕੀ ਕਰਨਾ ਹੈ? ਵਾਸ ਕਰਨਾ ਹੈ। ਹਾਲੇਲੂਇਆ। ਜਿੱਦਾਂ ਮਿਸਰ ਵਿੱਚੋਂ ਨਿਕਲੇ ਹੋਏ ਇਜ਼ਰਾਈਲੀ ਜਿਹੜੇ ਗੁਲਾਮ ਸੀਗੇ, ਉਹਨਾਂ ਨੇ ਮਿਸਰ ਚੋਂ ਨਿਕਲ ਕੇ ਤੇ ਇਜ਼ਰਾਈਲ ਦੇਸ਼ ਵਿੱਚ ਵਾਸ ਕਰਨਾ ਸੀਗਾ। ਹਾਲੇਲੂਇਆ। ਅਸੀਂ ਇਸ ਪਾਪ ਰੂਪੀ ਮਿਸਰੀ ਸੰਸਾਰ ਦੇ ਵਿੱਚੋਂ ਨਿਕਲ ਕੇ ਅਸੀਂ ਕਿਸੇ ਸੰਸਾਰ ਦੇ ਕਿਸੇ ਦੇਸ਼ ਵਿੱਚ ਵਾਸ ਨਹੀਂ ਕਰਨਾ। ਕਿੱਥੇ ਵਾਸ ਕਰਨਾ ਹੈ? ਸਵਰਗ ਦੇ ਦੇਸ਼ ਵਿੱਚ ਵਾਸ ਕਰਨਾ ਹੈ। ਤੇ ਸਵਰਗ ਦਾ ਦੇਸ਼ ਰੂਹਾਨੀ ਦੇਸ਼ ਹੈ। ਕਿਹੜਾ ਦੇਸ਼ ਹੈ ਜੀ? ਰੂਹਾਨੀ ਦੇਸ਼ ਹੈ। ਤੇ ਉਸ ਰੂਹਾਨੀ ਦੇਸ਼ ਦੇ ਵਿੱਚ ਰਹਿਣ ਲਈ ਰੂਹਾਨੀ ਵਿਧੀਆਂ ਕਾਨੂੰਨ ਆ। ਕੀ ਹੈ ਜੀ? ਰੂਹਾਨੀ ਵਿਧੀਆਂ ਆ ਤੇ ਰੂਹਾਨੀ ਕਾਨੂੰਨ ਆ। ਸੋ ਅਸੀਂ ਜੇਕਰ ਉਹ ਰੂਹਾਨੀ ਕਾਨੂੰਨਾਂ ਨੂੰ ਸਿੱਖਾਂਗੇ ਨਹੀਂ, ਸਮਝਾਂਗੇ ਨਹੀਂ, ਤੇ ਉਸ ਰੂਹਾਨੀ ਦੇਸ਼ ਵਿੱਚ ਵੀ ਅਸੀਂ ਵਾਸ ਕਰ ਸਕਾਂਗੇ ਨਹੀਂ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਯਿਸੂ ਜਦੋਂ ਵੈਲਕਮ ਕਰੂਗਾ, ਕਿਹਨਾਂ ਦਾ ਵੈਲਕਮ ਕਰੂਗਾ? ਜਿਨ੍ਹਾਂ ਨੇ ਉੱਥੇ ਦੇ ਵਿਧੀਆਂ ਕਾਨੂੰਨਾਂ ਨੂੰ ਕੀ ਕਰ ਲਿਆ ਆ? ਸਿੱਖ ਲਿਆ, ਸਮਝ ਲਿਆ। ਜਿਨ੍ਹਾਂ ਨੇ ਰੱਬ ਦੇ ਵਿਧੀਆਂ ਕਾਨੂੰਨ ਨੂੰ, ਉਸ ਦੇਸ਼ ਦੇ ਵਿਧੀਆਂ ਕਾਨੂੰਨ ਨੂੰ ਨਹੀਂ ਸਮਝਿਆ, ਇੱਥੇ ਆਪਣੀਆਂ ਮੁਸ਼ਕਲਾਂ ਵਿੱਚ ਫਸੇ ਰਹੇ, ਆਪਣੀਆਂ ਉਲਝਣਾਂ ਵਿੱਚ ਫਸੇ ਰਹੇ, ਆਪਣੇ ਸਰੀਰਕ ਕੰਮਾਂ ਕਾਜਾਂ ਲਈ, ਸਿਹਤ ਲਈ ਜਾਂ ਉન્નਤੀ ਤਰੱਕੀ ਦੇ ਲਈ ਹੀ ਭਗਤੀ ਬੰਦਗੀ ਕਰਦੇ ਰਹੇ। ਉਹਨਾਂ ਨੂੰ ਯਿਸੂ ਕਹੂਗਾ, ਬੁਰਿਆਰੋ, ਮੇਰੇ ਤੋਂ ਦੂਰ ਹੋ ਜਾਓ, ਮੈਂ ਤੁਹਾਨੂੰ ਜਾਣਦਾ। ਉਹ ਚਾਹੇ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਕੋਈ ਵੀ ਜਿਹੜਾ ਪਰਮੇਸ਼ਰ ਦੀਆਂ ਵਿਧੀਆਂ ਕਾਨੂੰਨ ਜਿਹੜੇ ਯਿਸੂ ਦੁਆਰਾ ਸੰਸਾਰ ਨੂੰ ਦਿੱਤੇ ਗਏ ਆ, ਇਹਨਾਂ ਨੂੰ ਫੋਲੋ ਨਹੀਂ ਕਰੂਗਾ, ਇਹਨਾਂ ਨੂੰ ਸਮਝੂਗਾ ਨਹੀਂ, ਯਿਸੂ ਨੂੰ ਐਂਟਰ ਹੋਣ ਦਊਗਾ ਨਹੀਂ। ਕਿਉਂਕਿ ਯਿਸੂ ਨੇ ਆਪਣੀ ਲਹੂ ਦੇ ਕੇ, ਬਲੀਦਾਨ ਦੇ ਕੇ ਉਸ ਦੇਸ਼ ਦੇ ਵਿੱਚ ਸਾਨੂੰ ਆਉਣ ਲਈ ਸੱਦਾ ਦਿੱਤਾ। ਹਾਲੇਲੂਇਆ। ਭਲੇ ਪਹਿਲੀ ਵੀ ਗਈ ਹੈ। ਸੋ ਉਹਨੇ ਸਾਨੂੰ ਸੱਦਾ ਦਿੱਤਾ ਤੇ ਸਾਨੂੰ ਅੱਜ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ। ਔਰ ਪਰਮੇਸ਼ਵਰ ਨੂੰ ਸਮਝਣਾ ਸੰਸਾਰ ਵਿੱਚੋਂ ਵਿਰਲੇ ਹੀ ਲੋਕ ਚਾਹੁੰਦੇ ਆ। ਸਾਰੇ ਉਹਨੂੰ ਸਮਝਣਾ ਨਹੀਂ ਚਾਹੁੰਦੇ। ਸਾਰੇ ਰੱਬ ਨੂੰ ਆਪਣੀਆਂ ਤਕਲੀਫਾਂ, ਦੁੱਖਾਂ ਸਮਝਾਉਣਾ ਚਾਹੁੰਦੇ ਆ। ਤੇ ਰੱਬ ਕੀ ਆ? ਸਰਵ ਗਿਆਨੀ ਹੈ। ਉਹਨੂੰ ਸਮਝਾਉਣ ਦੀ ਲੋੜ ਨਹੀਂ। ਉਹਦੇ ਕੇ ਆਪਣੇ ਦੁੱਖ ਨੂੰ ਲੈ ਕੇ ਰੋਣ ਦੀ ਲੋੜ ਨਹੀਂ। ਉਹਦੇ ਕੋਲੋਂ ਆਪਣੀ ਜਿਹੜਾ ਪਾਪ ਆ, ਪਾਪ ਉਹਨੂੰ ਮੰਨਣ ਦੀ ਲੋੜ ਹੈ। ਆਪਣੇ ਪਾਪ ਨੂੰ ਜਾਣਨ ਦੀ ਲੋੜ ਹੈ ਤੇ ਆਪਣੇ ਪਾਪ ਨੂੰ ਯਿਸੂ ਮਸੀਹ ਨਾਮ ਦੇ ਵਿੱਚ ਮੰਨਣ ਦੀ ਲੋੜ ਹੈ। ਜੇ ਅਸੀਂ ਆਪਣੇ ਪਾਪ ਨੂੰ ਮੰਨ ਲਵਾਂਗੇ ਤੇ ਖੁਦਾ ਸਾਨੂੰ ਪਤਾ ਹੈ ਉਹਨੂੰ ਤੈਨੂੰ ਕਿਹੜੀ ਚੀਜ਼ ਦੀ ਲੋੜ ਹੈ। ਹਾਲੇਲੂਇਆ। ਹਾਲੇਲੂਇਆ। ਅੱਜ ਲੋੜਾਂ ਹੀ ਆ ਮੰਦਰਾਂ ਵਿੱਚ, ਮਸਜਿਦਾਂ ਵਿੱਚ, ਗੁਰਦੁਆਰਿਆਂ ਤੇ ਚਰਚਾਂ ਵਿੱਚ ਲੋੜਾਂ ਦੀ ਬੰਦਗੀ ਹੈਗੀ ਆ, ਲੋੜਾਂ ਦੇ ਜਪ ਤਪ ਹੋ ਰਿਹਾ ਹੈ। ਪਰ ਪਰਮੇਸ਼ਰ ਕਹਿੰਦਾ ਆ ਤੁਹਾਨੂੰ ਤੁਸੀਂ ਪਾਪੀਆਂ ਤੇ ਪਾਪੀਓ ਐਵੇਂ ਆਪਣੀਆਂ ਲੋੜਾਂ ਪੂਰੀਆਂ ਕਰਾਉਂਦੇ ਕਰਾਉਂਦੇ ਪਾਪ ਵਿੱਚ ਹੀ ਮਰ ਨਾ ਜਾਇਓ, ਕਿਤੇ ਨਰਕ ਦੇ ਵਿੱਚ ਨਾ ਚਲੇ ਜਾਇਓ। ਤੇ ਪਾਪੀਓ ਤੁਸੀਂ ਕੀ ਕਰੋ? ਆਪਣੇ ਪਾਪ ਨੂੰ ਕੀ ਕਰ ਲਓ? ਮੰਨ ਲਓ ਤੇ ਛੱਡ ਦਿਓ। ਹਾਲੇਲੂਇਆ। ਜਿਹੜਾ ਆਪਣੇ ਪਾਪ ਨੂੰ ਮੰਨ ਲੈਂਦਾ, ਛੱਡ ਦਿੰਦਾ, ਪਰਮੇਸ਼ਰ ਦਾ ਆਤਮਾ ਉਹਦੇ ਵਿੱਚ ਕੀ ਕਰਦਾ? ਆ ਕੇ ਵਾਸ ਕਰਦਾ। ਤੇ ਉਹ
ਜਿਹੜਾ ਵਾਸ ਕਰਦਾ ਪਰਮੇਸ਼ਰ ਦਾ ਆਤਮਾ, ਉਹ ਉਹਨੂੰ ਫਿਰ ਰੂਹਾਨੀ ਬਣਾਉਂਦਾ ਰਹਿੰਦਾ ਹੈ। ਹਾਲੇਲੂਇਆ। ਕੀ ਬਣਾਉਂਦਾ ਰਹਿੰਦਾ? ਰੂਹਾਨੀ। ਪਰਮੇਸ਼ਰ ਦਾ ਰੂਹ ਉਸ ਇਨਸਾਨ ਨੂੰ ਕੀ ਬਣਾਉਂਦਾ? ਰੂਹਾਨੀ ਬਣਾਉਂਦਾ ਆ। ਤੇ ਜਿਹੜਾ ਬੰਦਾ ਰੂਹਾਨੀ ਬਣ ਜਾਂਦਾ, ਉਹਨੂੰ ਕੋਈ ਸਰੀਰ ਦੀਆਂ ਗੱਲਾਂ ਦੇ ਨਾਲ ਕੋਈ ਵਾਸਤਾ ਰਹਿੰਦਾ ਨਹੀਂ। ਹਾਲੇਲੂਇਆ। ਹਾਲੇਲੂਇਆ। ਉਹਦਾ ਵਾਸਤਾ ਕਿਹੜੀਆਂ ਗੱਲਾਂ ਲਈ ਰਹਿੰਦਾ ਆ? ਆਤਮਿਕ। ਆਤਮਿਕ। ਮੇਰਾ ਆਤਮਿਕ ਖੁਦਾ ਦੀ ਜਿਹੜੀ ਯੋਜਨਾ ਆ, ਉਹਨੂੰ ਸਮਝਣ ਦੇ ਵਿੱਚ ਕਿੰਨਾ ਹੋਰ ਹਿੱਸਾ ਬਾਕੀ ਆ ਹਾਲੇਲੂਇਆ। ਜੋ ਮੇਰੇ ਲਈ ਠਹਿਰਾਇਆ ਹੈ। ਹਾਲੇਲੂਇਆ। ਹਾਲੇਲੂਇਆ। ਇਸ ਲਈ ਹੁਣ ਸਾਨੂੰ ਆਹ ਪਹਿਰਾਵੇ ਪਾ ਕੇ ਰੱਬ ਦੇ ਸਾਹਮਣੇ ਖੜੇ ਹੋਣ ਦੀ ਲੋੜ ਨਹੀਂ। ਹਾਂ, ਇਸ ਪਹਿਰਾਵੇ ਦੇ ਵਿੱਚ ਛੁਪੇ ਹੋਏ ਜਿਹੜੇ ਕੰਮ ਆ, ਉਹ ਆਪਣੇ ਵਿੱਚ ਲੈ ਕੇ ਰੱਬ ਦੇ ਸਾਹਮਣੇ ਖੜੇ ਹੋਣ ਦੀ ਲੋੜ ਹੈ। ਹਾਲੇਲੂਇਆ। ਹਾਲੇਲੂਇਆ। ਸੋ ਇਹਦੇ ਵਿੱਚ ਆਪਾਂ ਦੇਖ ਰਹੇ ਸੀ ਜਿਹੜਾ ਯਾਜਕ ਦੇ ਨਾਲ ਸੰਬੰਧਿਤ ਗੱਲਾਂ ਸੀ। ਪਹਿਲੀ ਗੱਲ ਤਾਂ ਆਪਾਂ ਦੇਖੀ ਸੀਗੀ, ਮੈਂ ਰਿਪੀਟ ਕਰਕੇ ਤਾਂ ਜਾਊਂਗਾ ਤਾਂ ਕਿ ਤੁਸੀਂ ਸਮਝ ਲਓ। ਇਹਨੂੰ ਆਪਾਂ ਵਿਸ਼ੇ ਨੂੰ ਸਮਾਪਤ ਕਰਨ ਦੇ ਚੱਕਰ 'ਚ ਨਹੀਂ ਹੋਵਾਂਗੇ, ਇਹਨੂੰ ਸਮਝਣ ਦੇ ਚੱਕਰ 'ਚ ਰਵਾਂਗੇ। ਹਾਲੇਲੂਇਆ। 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 ਕਿਉਂਕਿ ਜੇ ਸਮਾਪਤ ਕਰਨ ਦੇ ਚੱਕਰ 'ਚ ਆਪਾਂ ਵਿਸ਼ੇ ਨੂੰ ਪੈ ਗਏ ਤੇ ਫਿਰ ਕੰਨਾਂ ਨੂੰ ਸਾਡੇ ਨੂੰ ਪੈ ਜਾਣੀ ਜਲੂਣ। ਕੀ ਪੈ ਜਾਣੀ? ਹਾਂ, ਕੰਨਾਂ ਨੂੰ ਖਾਜ ਪੈ ਜਾਣੀ। ਕੰਨਾਂ ਨੂੰ ਖਾਜ ਪੈਣ ਤੋਂ ਭਾਵ ਕੀ ਆ? ਸੁਣਨ ਦਾ ਚਸਕਾ ਹੋ ਜਾਣਾ, ਕਰਨ ਦਾ ਮਨ ਰਹਿਣਾ। ਉਹ ਵੀ ਗਿਆਨ ਇਕੱਠਾ ਕਰ ਲਵਾਂ, ਉਹ ਵੀ ਗੱਲ ਸਮਝਣਾ, ਉਹ ਵੀ ਭੇਦ ਸਮਝਣਾ। ਇਸ ਲਈ ਕੀ ਕਰਨਾ ਆਪਾਂ? ਸਾਡਾ ਕੰਮ ਆ ਭੇਦ ਨੂੰ ਇਕੱਲਾ ਸਮਝਾਉਣਾ ਨਹੀਂ, ਭੇਦ ਨੂੰ ਸਮਝ ਕੇ ਉਹ ਜੋ ਸਾਡੇ ਲਈ ਜ਼ਿੰਮੇਵਾਰੀ ਲੈ ਕੇ ਆ ਰਿਹਾ, ਉਹਨੂੰ ਆਪਣੇ ਜੀਵਨਾਂ 'ਚ ਲਾਗੂ ਕਰਨਾ। ਹਾਲੇਲੂਇਆ। ਜਿਹੜਾ ਭੇਦ ਅਸੀਂ ਸਮਝਦੇ ਆ, ਉਹਨੂੰ ਕੀ ਕਰਨਾ ਆ? ਲਾਗੂ ਕਰਨਾ ਆ। ਹਾਲੇਲੂਇਆ। ਹਾਲੇਲੂਇਆ। ਸੋ ਪਹਿਲੀ ਗੱਲ ਆਪਾਂ ਦੇਖ ਰਹੇ ਸੀ ਮਹਾਜਾਜਕ ਦੇ ਵਾਸਤੇ ਕਿ ਉਹਦਾ ਕੀ ਸੀ? ਬੋਲ ਕੇ ਤੁਸੀਂ ਪੰਜਾਬੀ 'ਚ ਬੋਲ ਕੇ ਦੱਸੋ। ਪਹਿਲੀ ਗੱਲ ਆਪਾਂ ਕੀ ਦੇਖ ਰਹੇ ਸੀ? ਮਹਾਜਾਜਕ ਦਾ ਜਿਹੜਾ ਕੰਮ ਹੈ ਉਹ ਪੀੜ੍ਹੀ ਦਰ ਪੀੜ੍ਹੀ ਹੈ। ਕਦੋਂ ਤੱਕ ਆ? ਪੀੜ੍ਹੀ ਦਰ। ਇਹਨੂੰ ਜਿਹੜਾ ਕੰਮ ਸੌਂਪਿਆ ਗਿਆ ਸੀ ਸਰੀਰਕ ਤੌਰ ਤੇ ਯਿਸੂ ਮਸੀਹ ਦੇ ਧਰਤੀ ਤੇ ਦੇਹਧਾਰੀ ਹੋਣ ਤੋਂ ਪਹਿਲਾਂ, ਇਹਨਾਂ ਨੂੰ ਕੰਮ ਕੀ ਸੀਗਾ? ਪੀੜ੍ਹੀ ਦਰ ਪੀੜ੍ਹੀ ਇਹਨਾਂ ਨੇ ਕੀ ਕਰਨਾ ਆ? ਹਾਂ, ਇਹ ਜਿਹੜਾ ਸੇਵਾ ਜਿਹੜੀ ਪਰਮੇਸ਼ਰ ਨੇ ਉਹਨਾਂ ਨੂੰ ਸਵਾ ਕੇ ਦਿੱਤੀ ਸੀ, ਸੌਂਪੀ ਸੀ, ਉਹ ਉਹਨਾਂ ਨੇ ਮਿਲਾਪ ਦੇ ਤੰਬੂ ਔਰ ਮੰਦਿਰ ਦੇ ਵਿੱਚ ਕੀ ਕਰਨੀ ਸੀ? ਕਿਹੜੇ ਟਾਈਮ ਤੱਕ? ਲਗਾਤਾਰ, ਹਮੇਸ਼ਾ ਦੇ ਲਈ, ਪੀੜ੍ਹੀ ਦਰ ਪੀੜ੍ਹੀ ਇਹਨਾਂ ਨੇ ਉਹ ਕਰਨੀ ਸੀ। ਹਾਲੇਲੂਇਆ। ਤੇ ਆਪਾਂ ਵੀ ਕੀ ਕਰਨਾ? ਹੁਣ ਆਪਣੇ ਤੇ ਆ ਜਾਓ। ਆਪਾਂ ਵੀ ਕਿੱਦਾਂ ਕਰਨਾ ਹੈ? ਪਰਮੇਸ਼ਰ ਦੀ ਸੇਵਾ ਪੀੜ੍ਹੀ ਦਰ। ਸਦਾ ਕਾਲ ਤੱਕ। ਹਾਲੇਲੂਇਆ। 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 ਸਦਾ ਕਾਲ ਤੱਕ ਮਤਲਬ ਕਿ ਯੁਗਾਨ ਯੁਗ। ਯੁਗਾਨ ਯੁਗ ਤੋਂ ਭਾਵਿਆ ਜਿੱਥੇ ਸਮਾਂ ਖਤਮ ਹੁੰਦਾ ਹੀ ਨਹੀਂ। ਹਾਲੇਲੂਇਆ। ਜਦੋਂ ਤੋਂ ਪਰਮੇਸ਼ਰ ਨੇ ਸਾਨੂੰ ਹੱਥ ਪਾ ਲਿਆ, ਅਸੀਂ ਉਹਦੇ ਹੋ ਗਏ, ਅਸੀਂ ਆਪਣਾ ਪਾਪ ਮੰਨ ਲਿਆ, ਉਦੋਂ ਤੋਂ ਲੈ ਕੇ ਤੇ ਯੁਗਾਨ ਯੁਗ ਤੱਕ ਸਾਡੀ ਇਹ ਸੇਵਾ ਆ। ਹਾਲੇਲੂਇਆ। ਹਾਲੇਲੂਇਆ। ਕਿੰਨੇ ਟਾਈਮ ਤੱਕ ਆ? ਅਨਾਦਿ ਕਾਲ ਤੱਕ। ਹਾਲੇਲੂਇਆ। ਯਾਨੀ ਕਿ ਯੁਗਾਂ ਯੁਗ ਅਸੀਂ ਖੁਦਾ ਦੇ ਕੀ ਰਹਿਣਾ ਆ? ਨਾਲ ਰਹਿਣਾ। ਹਾਲੇਲੂਇਆ। ਕਿਉਂਕਿ ਇਹ ਜਿਹੜਾ ਕੰਮ ਕਰਦੇ ਸੀ, ਉਹ ਕੀ ਕੰਮ ਉਹਨਾਂ ਨੂੰ ਦਰਸਾਉਂਦਾ ਕੀ ਸੀ? ਜਿਹੜਾ ਕੰਮ ਮਹਾਜਾਜਕ ਨੂੰ ਸੌਂਪਿਆ ਹੁੰਦਾ ਸੀ, ਉਹ ਇਹ ਦਿਖਾਉਂਦਾ ਸੀਗਾ, ਹਰ ਵਾਰ ਉਹਨੂੰ ਯਾਦ ਕਰਾਉਂਦਾ ਸੀ, ਆਹ ਕੰਮ ਕਰ ਲਾ, ਕਿਉਂਕਿ ਤੂੰ ਕਿਹਦੇ ਸਾਹਮਣੇ ਖੜਾ ਹੋਣਾ ਹੈ? ਹਾਲੇਲੂਇਆ। ਆ ਵੀ ਕੰਮ ਕਰ ਲਾ, ਆ ਕੰਮ ਸੌਂਪੇ ਗਏ ਆ ਇਜ਼ਰਾਈਲੀਆਂ ਵਾਸਤੇ ਵੀ, ਤੇਰੇ ਵਾਸਤੇ ਵੀ, ਤੇਰੇ ਟੱਬਰ ਵਾਸਤੇ ਵੀ, ਭਗਤੀ ਦੇ ਸਾਧਨਾ ਵਾਸਤੇ ਵੀ, ਭਗਤੀ ਦੇ ਸਾਜੋ ਸਮਾਨ ਵਾਸਤੇ ਵੀ। ਆ ਕੰਮ ਸਹੀ ਹੋਣੇ ਚਾਹੀਦੇ, ਕਿਸੇ 'ਚ ਕੋਈ ਮਿਲਾਵਟ ਨਹੀਂ ਹੋਣੀ ਚਾਹੀਦੀ, ਕੋਈ ਸਾਜੋ ਸਮਾਨ ਛੋਟਾ ਵੱਡਾ ਹੋਣਾ ਚਾਹੀਦਾ ਨਹੀਂ। ਜਿੰਨਾ ਜਿਸ ਪ੍ਰਕਾਰ ਕਿਹਾ ਗਿਆ ਆ, ਓਨਾ ਹੀ ਹੋਣਾ ਹੈ। ਹਾਲੇਲੂਇਆ। ਹਾਲੇਲੂਇਆ। ਤੇ ਜੇ ਉਹ ਓਨਾ ਨਹੀਂ ਕਰਦਾ, ਤੇ ਜਦੋਂ ਖੁਦਾ ਦੇ ਸਾਹਮਣੇ ਖੜਾ ਹੋਣਾ ਆ, ਤੇ ਖੁਦਾ ਦਾ ਕਹਿਰ ਉਹਦੇ ਤੇ ਆ ਜਾਣਾ। ਹਾਲੇਲੂਇਆ। ਅਸੀਂ ਜਦੋਂ ਬਾਣੀ ਨੂੰ ਸੁਣਦੇ, ਸਾਨੂੰ ਇਹ ਜ਼ਿੰਮੇਵਾਰੀ ਆ ਰਹੀ ਹੈ ਕਿ ਇਹ ਜਿਹੜੇ ਸੁਣਦੇ ਇਕੱਲੇ ਸੁਣਨ ਵਾਲੇ ਨਹੀਂ ਹੋਣਾ, ਔਰ ਕਲਾਮ ਵੀ ਦਾ ਇਕੱਲੇ ਸੁਣਨ ਵਾਲੇ ਨਾ ਬਣੋ। ਸੁਣਨ ਵਾਲੇ ਇਦਾਂ ਦੇ ਆ ਜਿਹੜੇ ਸ਼ੀਸ਼ੇ 'ਚ ਆਪਣਾ ਮੂੰਹ ਦੇਖਦੇ ਤੇ ਚਲੇ ਜਾਂਦੇ, ਫਿਰ ਭੁੱਲ ਜਾਂਦੇ ਆ। ਫਿਰ ਆਪਾਂ ਨੂੰ ਕੀ ਕਰਨਾ ਪੈਂਦਾ ਆ? ਦੇਖਦੇ ਰਹਿੰਦੇ ਨੇ ਮੂੰਹ। ਸ਼ੀਸ਼ੇ ਕਿੰਨੀ ਕੁ ਵਾਰੀ ਦੇਖਦੇ ਨੇ ਰੋਜ਼? ਜਦੋਂ ਵੀ ਸ਼ੀਸ਼ੇ ਮੋਰੇ ਆਣਾ, ਉਹ ਫਟਾਫਟ ਇਹਦਾ ਪਰ ਭੁੱਲ ਹੀ ਜਾਂਦਾ ਨਾ, ਮੇਰਾ ਮੂੰਹ ਕਿੱਦਾਂ ਆ। ਇਦਾਂ ਦਾ ਹਿਸਾਬ ਕਿਤਾਬ ਆ। ਸੋ ਜਿਹੜੇ ਕੰਮ ਨਹੀਂ ਕਰਦੇ ਸੁਣੇ ਅਨੁਸਾਰ, ਉਹਨਾਂ ਦਾ ਸਿਸਟਮ ਇਦਾਂ ਦਾ ਹੀ ਹੋ ਜਾਂਦਾ।
ਸੋ ਅਸੀਂ ਭੁਲੱਕੜ ਨਹੀਂ ਬਣਨਾ। ਹਾਲੇਲੂਇਆ। ਹਾਲੇਲੂਇਆ। ਅਸੀਂ ਸ਼ੀਸ਼ੇ ਵਿੱਚੋਂ ਨਹੀਂ ਦੇਖਣਾ, ਅਸੀਂ ਵਚਨ ਦੇ ਵਿੱਚੋਂ ਆਪਣੇ ਆਪ ਨੂੰ ਲਗਾਤਾਰ ਕੀ ਕਰਦੇ ਰਹਿਣਾ ਆ, ਦੇਖਦੇ ਰਹਿਣਾ ਆ। ਹਾਲੇਲੂਇਆ। ਸੋ ਪਹਿਲੀ ਡਿਊਟੀ ਕੀ ਸੀਗੀ ਕਿ ਯੁਗੋ ਯੁਗ ਆ ਉਹਨਾਂ ਦੀ ਜ਼ਿੰਮੇਵਾਰੀ, ਤੇ ਸਾਡੀ ਵੀ ਕਦੋਂ ਤੱਕ ਆ ਭਲਾ? ਯੁਗੋ ਯੁਗ। ਕੋਈ ਗੱਲ ਨਹੀਂ ਬਾਸੀ ਨਹੀਂ। ਦੂਸਰੀ ਗੱਲ ਬੋਲੋ ਜੀ। ਮਹਾਜਾਜਕ ਨੇ ਪਵਿੱਤਰ ਰਹਿਣਾ ਹੈ। ਹਾਂ, ਦੂਸਰਾ ਉਹਨੇ ਕੀ ਰਹਿਣਾ ਭਲਾ? ਪਵਿੱਤਰ ਰਹਿਣਾ ਆ। ਕਿੰਨਾ ਟਾਈਮ? ਸਦਾ। ਜਦੋਂ ਤੱਕ ਉਹਦੀ ਧਰਤੀ ਤੇ ਸੇਵਾ ਆ, ਉਹਨੇ ਕੀ ਰਹਿਣਾ ਆ? ਪਵਿੱਤਰ ਰਹਿਣਾ ਆ। ਹਾਲੇਲੂਇਆ। ਤੇ ਸਾਡੇ 'ਚ ਵੀ ਧਰਤੀ ਤੇ ਜਦੋਂ ਤੱਕ ਸਾਹ ਆ, ਆਪਾਂ ਕੀ ਰਹਿਣਾ ਆ? ਪਵਿੱਤਰ ਰਹਿਣਾ। ਕਿਉਂਕਿ ਪਵਿੱਤਰ ਲੋਕ ਕੀ ਹੋਣੇ ਆ ਭਲਾ? ਖਾਏ ਜਾਣੇ ਆ। ਹਾਲੇਲੂਇਆ। ਜਿਹੜੇ ਪਵਿੱਤਰ ਆ ਉਹੀ ਕੀ ਹੋਣੇ ਭਲਾ? ਖਾਏ ਜਾਣੇ। ਸੋ ਸਾਨੂੰ ਇਹ ਕੰਮ ਕੀ ਕਰਨਾ ਆ? ਜਿੱਦਾਂ ਇਹਨੇ ਪਵਿੱਤਰ ਰਹਿਣਾ ਸੀ, ਉਦਾਂ ਹੀ ਅਸੀਂ ਪਵਿੱਤਰ। ਇਹ ਮਹਾਜਾਜਕ ਯਿਸੂ ਮਸੀਹ ਦੀ ਤਸਵੀਰ ਆ, ਤੇ ਯਿਸੂ ਮਸੀਹ ਸਾਨੂੰ ਕਹਿੰਦਾ ਹੈ, ਵਚਨ ਕੀ ਕਹਿੰਦਾ? ਤੁਸੀਂ ਕਿਹਦੇ ਵਰਗੇ ਬਣੋ? ਕਿਹਦੇ ਜਿੱਦਾਂ ਕੱਦ ਕਾਠ ਹੋਣਾ ਤੁਹਾਡਾ? ਯਿਸੂ ਮਸੀਹ ਜਿੱਦਾਂ। ਹਾਲੇਲੂਇਆ। ਤਾਂ ਅਸੀਂ ਉਹਦੇ ਜਿੱਦਾਂ ਕੱਦ ਕਾਠ ਕਰਨਾ ਆ, ਉਹਦੇ ਵਰਗੇ ਬਣਨਾ ਆ, ਉਹਦੇ ਵਰਗਾ ਮਨ ਰੱਖਣਾ, ਉਹਦੇ ਵਰਗਾ ਸੁਭਾਅ ਰੱਖਣਾ ਆ, ਉਹਦੇ ਵਰਗਾ ਪ੍ਰੇਮ ਰੱਖਣਾ ਆ। ਹਾਲੇਲੂਇਆ। ਤੇ ਫਿਰ ਜਦੋਂ ਅਸੀਂ ਰੱਖਾਂਗੇ ਤੇ ਖੁਦਾ ਸਾਨੂੰ ਵੀ ਆਪਣੇ ਵਚਨ ਦੇ ਵਿੱਚੋਂ ਦੀ ਕੀ ਦੱਸ ਰਿਹਾ ਆ ਕਿ ਤੁਹਾਨੂੰ ਵੀ ਮਹਾਜਾਜਕ ਹੋਣ ਲਈ ਹੀ ਚੁਣਿਆ ਹੈ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਮਹਾਜਾਜਕ ਹੀ ਹੋਣਗੇ ਜਿਹੜੇ ਯਿਸੂ ਮਸੀਹ ਨਾਲ ਕੀ ਹੋਣਗੇ? ਬਰਾਬਰ ਬੈਠਣਗੇ। ਹਾਲੇਲੂਇਆ। ਧੰਨਵਾਦ। ਹਾਲੇਲੂਇਆ। ਦੂਸਰੇ ਸ਼ਬਦਾਂ ਵਿੱਚ ਯਿਸੂ ਮਸੀਹ ਹੀ ਹੋਊਗਾ ਜਿਹੜਾ ਯਿਸੂ ਦੇ ਬਰਾਬਰ ਬੈਠੂਗਾ। ਹਾਲੇਲੂਇਆ। ਭਲੇ ਭਈ ਕੀ ਭਲਾ? ਯਿਸੂ ਵਰਗਾ ਹੀ ਬਣਨਾ। ਯਿਸੂ ਮਸੀਹ ਹੀ ਬਣਨਾ। ਹਾਂ, ਮਤਲਬ ਜਿਹੜਾ ਯਿਸੂ ਹੋਊਗਾ ਉਹ ਹੀ ਯਿਸੂ ਦੇ ਨਾਲ ਬੈਠੂਗਾ। ਇਸ ਲਈ ਜਿਹੜੇ ਦਾਸਾਂ ਦੀ ਗੱਲਾਂ ਸਮਝ ਆ ਗਈਆਂ, ਉਹਨਾਂ ਨੇ ਕਲੀਸਿਆ 'ਚ ਚਿੱਠੀਆਂ ਲਿਖ ਕੇ ਭੇਜ ਦਿੱਤੀਆਂ ਕਿ ਮੈਨੂੰ ਪੀੜਾ ਲੱਗੀਆਂ ਆ ਕਿ ਤੁਹਾਡੇ ਵਿੱਚ ਮਸੀਹ ਦੀ ਸੂਰਤ ਬਣ ਜਾਏ। ਹਾਲੇਲੂਇਆ। ਹਾਲੇਲੂਇਆ। ਆ ਜਾਓ ਤੀਸਰੀ ਗੱਲ। ਮਹਾਜਾਜਕ ਸਰੀਰਕ ਤੌਰ ਤੇ ਦੋਸ਼ ਰਹਿਤ ਹੋਣਾ ਹੈ। ਹਾਂ, ਸਰੀਰਕ ਤੌਰ ਤੇ ਉਹਨੇ ਕੀ ਹੋਣਾ ਭਲਾ? ਦੋਸ਼ ਰਹਿਤ ਹੋਣਾ ਆ। ਹਾਲੇਲੂਇਆ। ਉਹਦੇ ਸਰੀਰ ਦੇ ਵਿੱਚ ਕਾਣਾਪਨ, ਭੈਂਗਾਪਨ, ਟੁੰਡਾ, ਲੂਲਾ, ਲੰਗੜਾ, ਕੁਝ ਵੀ ਸਰੀਰ ਦੇ ਵਿੱਚ ਉਹਦੇ ਵੱਜ ਨਹੀਂ ਹੋਣਾ ਜਿਹਨੇ ਆ ਸੇਵਾ ਕਰਨੀ ਆ। ਹਾਲੇਲੂਇਆ। 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 ਹੁਣ ਸਾਡੇ ਵਿੱਚ ਇੱਥੇ ਬੰਦਗੀ 'ਚ ਕੋਈ ਕਾਣਾ ਆ ਜਾਏ ਤੇ ਉਹ ਖੁਦਾ ਨੂੰ ਕੀ ਆ ਭਲਾ? ਕਬੂਲ ਹੈ। ਹਾਲੇਲੂਇਆ। ਕਿਉਂਕਿ ਸਾਡੀ ਜਿਸਮਾਨੀ ਨਜ਼ਰ ਖੁਦਾ ਨਹੀਂ ਦੇਖ ਰਿਹਾ, ਕਿਹਦੀ ਨਜ਼ਰ ਦੇਖ ਰਿਹਾ ਹੈ? ਆਤਮਿਕ। ਸਾਡੇ ਜਿਸਮਾਨੀ ਅੰਗ ਖੁਦਾ ਨਹੀਂ ਦੇਖ ਰਿਹਾ, ਕਿਹੜੇ ਦੇਖ ਰਿਹਾ ਆ? ਰੂਹਾਨੀ। ਜਿਸਮਾਨੀ ਬਿੰਗਾ ਬੋਲਾ ਚੱਲ ਜਾਓ, ਪਰ ਰੂਹਾਨੀ ਬਿੰਗਾ ਬੋਲਾ ਚੱਲਣਾ ਨਹੀਂ। ਚੱਲਣਾ। ਅੱਜ ਆਸ਼ੀਸ਼ਾਂ ਬਰਕਤਾਂ ਤੇ ਲੋਕਾਂ ਨੂੰ ਲਾ ਕੇ ਉਹਨਾਂ ਰੂਹਾਨੀ ਤੌਰ ਤੇ ਕੀ ਕਰਤਾ ਆ? ਬਿੰਗੇ ਬੋਲੇ ਕਰ ਦਿੱਤਾ ਆ, ਅਪਾਹਜ ਕਰ ਦਿੱਤਾ ਆ, ਬੱਚ ਵਾਲੇ ਕਰ ਦਿੱਤਾ। ਸਾਨੂੰ ਲੋੜ ਆ ਉਸ ਪ੍ਰਭੂ ਦੇ ਰੂਹਾਨੀ ਵਚਨ ਨੂੰ ਸਮਝਣ ਦੀ, ਤਾਂ ਕਿ ਸਾਡਾ ਰੂਹਾਨੀ ਬਦਨ ਜਿਹੜਾ ਆ ਉਹ ਕੀ ਹੋ ਜਵੇ? ਠੀਕ ਹੋ ਜਾਵੇ। ਸਾਡਾ ਅੰਦਰਲਾ ਮਨੁੱਖਤਵ ਜਿਹੜਾ ਆ ਉਹ ਕੀ ਹੋ ਜਵੇ? ਪੂਰਾ ਸਿੱਧ ਹੋ ਜਾਵੇ। ਹਾਲੇਲੂਇਆ। ਆ ਜਾਓ ਚੌਥੀ ਗੱਲ। ਉਹ ਖਾਸ ਕੱਪੜੇ ਧਾਰਨ ਹਾਂ ਕੀਤੇ ਹੋਏ ਹੋਣ। ਹਾਂ, ਤਾਂ ਇਹਨਾਂ ਦੇ ਕੱਪੜੇ ਵੀ ਕਿਹੜੇ ਹੋਣੇ ਸੀਗੇ? ਖਾਸ। ਜਿੱਦਾਂ ਆਪਾਂ ਦੇਖਿਆ ਇਹਨਾਂ ਦੇ ਕੋਲ ਖਾਸ ਕੱਪੜੇ ਹੋਣੇ ਆ, ਔਰ ਸਾਡੇ ਕੋਲ ਵੀ ਕਿਹੜੇ ਕੱਪੜੇ ਹੋਣੇ ਆ? ਖਾਸ। ਸਾਡੇ ਲਈ ਖਾਸ ਕੱਪੜੇ ਕਿਹੜੇ ਆ? ਯਿਸੂ ਮਸੀਹ ਨੂੰ ਪਹਿਨਿਆ ਹੋਇਆ ਦੇਖਣਾ ਖੁਦਾ। ਜਿਹਨੂੰ ਪਰਮੇਸ਼ਵਰ ਦੇਖੂਗਾ ਇਹਨੇ ਯਿਸੂ ਮਸੀਹ ਨੂੰ ਪਹਿਨਿਆ ਹੋਇਆ, ਜਿਹਦਾ ਆਪਾਂ ਕੱਪੜੇ ਪਾਈ ਦੇ, ਇਹਦੀ ਤਾਂ ਕੀ ਪਾਉਣਾ ਹੈ? ਯਿਸੂ ਮਸੀਹ ਨੂੰ। ਖੁਦਾ ਜਿਹਨੂੰ ਦੇਖੂਗਾ ਕਿ ਇਹਨੇ ਯਿਸੂ ਨੂੰ ਪਹਿਨਿਆ ਹੋਇਆ ਆ, ਤੇ ਖੁਦਾ ਨੂੰ ਉਹਦੇ ਵਿੱਚੋਂ ਕੀ ਕੁਝ ਨਜ਼ਰ ਆਊਗਾ? ਕੀ ਕੁਝ ਨਜ਼ਰ ਆਊਗਾ? ਜਿਹਨੇ ਯਿਸੂ ਨੂੰ ਪਹਿਨਿਆ ਹੋਇਆ ਖੁਦਾ ਦੇ ਸਾਹਮਣੇ ਰਹੂਗਾ, ਖੁਦਾ ਨੂੰ ਕੀ ਨਜ਼ਰ ਆਊਗਾ ਉਹਦੇ ਚ? ਮਹਾਜਾਜਕ ਦਾ ਪਹਿਰਾਵਾ। ਹਾਲੇਲੂਇਆ। ਜੇ ਥੱਲੇੋਂ ਆ ਜੋ ਵਾਈਟ ਗਾਊਨ ਪਾਇਆ ਹੋਇਆ, ਥੱਲੇ ਲਟਕਦਾ ਜਿਹੜਾ ਚਿੱਟਾ ਗਾਊਨ, ਉਹਦੇ ਉੱਤੇ ਨੀਲਾ ਅਫੋਦ ਦਾ ਚੋਗਾ, ਨੀਲੇ ਰੰਗ ਦਾ, ਔਰ ਉਸ ਤੋਂ ਬਾਅਦ ਉਹਦੇ ਤੇ ਕੀ ਆ ਗਿਆ? ਅਫੋਦ ਜਿਹੜਾ ਕਢਾਈ ਕੀਤਾ ਹੋਇਆ ਚੋਗਾ, ਜਿਹੜਾ 4 ਰੰਗਾਂ ਦੇ ਨਾਲ, ਸੁਨਹਿਰੀ ਧਾਗੇ ਦੇ ਨਾਲ, ਲਾਲ ਰੰਗ ਦੇ ਨਾਲ, ਬੈਂਜਨੀ ਦੇ ਨਾਲ, ਔਰ ਨੀਲੇ ਰੰਗ ਦੇ ਨਾਲ ਇਹਦੀ ਕਢਾਈ ਹੋਈ ਆ।
ਹਾਲੇਲੂਇਆ। ਹਾਲੇਲੂਇਆ। ਸੋ ਇਹਦਾ ਮਤਲਬ ਆ ਇਹ ਸਿੱਧਤਾ ਦੇ ਨਾਲ ਪਰੋਇਆ ਗਿਆ, ਖੁਦਾ ਦੇ ਪ੍ਰੇਮ ਚ ਪਰੋਇਆ ਗਿਆ ਆ, ਔਰ ਸ਼ਾਹੀ ਸਿਸਟਮ ਵਿੱਚ ਪਰੋਇਆ ਗਿਆ ਆ, ਔਰ ਯਿਸੂ ਮਸੀਹ ਦੇ ਬਲੀਦਾਨ ਦੇ ਵਿੱਚ ਪਰੋਇਆ ਗਿਆ। ਹਾਲੇਲੂਇਆ। 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 ਖੁਦਾ ਨੂੰ ਇਦਾਂ ਹੀ ਦੇਖ ਰਿਹਾ। ਔਰ ਉਸ ਤੋਂ ਬਾਅਦ ਇਹਦੇ ਤੇ 에ਫੋਦ ਦੇ ਉੱਤੇ ਕੀ ਪਾਇਆ ਹੋਇਆ? ਆ ਚੌਰਸ ਜਿਹਾ ਛੋਟਾ ਜਿਹਾ ਇੱਕ ਪੀਸ ਪਾਇਆ ਛਾਤੀ ਤੇ, ਸੀਨੇ ਬੰਦ। ਇਹਨੂੰ ਕੀ ਕਹਿੰਦੇ ਆ? ਸੀਨੇ ਬੰਦ। ਸੀਨੇ ਬੰਦ। ਜਿੱਦਾਂ ਇੱਕ ਆਪਣਾ ਯੋਧੇ ਪਾਉਂਦੇ ਆ ਇੱਕ ਢਾਲ, ਕਵਚ ਕਵਚ। ਕਵਚ ਜਿੱਦਾਂ ਕਵਚ ਪਾਉਂਦੇ ਆ, ਝਿਲਮ ਪਾਉਂਦੇ ਆ, ਉਸੇ ਪ੍ਰਕਾਰ ਇਹ ਇੱਕ ਕਵਚ ਆ। ਔਰ ਇਹ ਕਵਚ ਅਧੂਰਾ ਆ ਜੇ ਇਹਦੇ ਵਿੱਚ 12 ਗੋਤਰ ਨੇ। 12 ਗੋਤਰਾਂ ਦੇ ਇਹਦੇ ਵਿੱਚ ਕੀ ਆ? ਭਲਾ ਪੱਥਰ ਆ, ਕਿਉਂਕਿ ਇਸਰਾਇਲ ਦੇ ਵਿੱਚ ਕਿੰਨੇ ਗੋਤਰ ਸੀਗੇ? 12। ਹਾਲੇਲੂਇਆ। ਤੇ ਹੁਣ ਸੰਸਾਰ ਵਿੱਚੋਂ ਵੀ 12 ਸੁਭਾਅ ਦੇ ਲੋਕ ਸਾਰੇ ਪਾਸਿਓਂ ਇਕੱਠੇ ਕੀਤੇ ਗਏ ਆ, ਜਿਹੜੇ ਖੁਦਾ ਨੇ ਆਪਣੇ ਦਾਸਾਂ ਦੇ ਸੀਨੇ ਤੇ ਰੱਖ ਦਿੱਤੇ ਆ। ਹਾਲੇਲੂਇਆ। ਕਿੱਥੇ ਰੱਖੇ ਆ? ਸੀਨੇ। ਸੀਨੇ ਤੇ ਰੱਖੇ ਆ। ਹਾਲੇਲੂਇਆ। ਇਹ 12 ਜਿੰਨੇ ਮਰਜੀ ਰਗੜੇ ਝਗੜੇ ਕਰਨ, ਇਹ 12 ਜਿੰਨੇ ਮਰਜੀ ਬਦਨਾਮ ਕਰਨ, ਇਹ 12 ਜੋ ਮਰਜੀ ਆਪਣੀ ਕੜਤਨ ਨੂੰ ਕੱਢਣ, ਤੇ ਦਾਸਾਂ ਨੇ ਕੀ ਕਰਨਾ ਆ? ਇਹਨਾਂ ਦੀ ਕੜਤਨ ਦੇ ਵਿੱਚ ਖੁਦਾ ਦੀ ਖੁਸ਼ਬੂ ਨੂੰ ਭਰਨਾ। ਹਾਲੇਲੂਇਆ। ਕੜਤਨ ਸਮਝਦੇ? ਕੜਤਨ ਥੋੜਾ ਕਿਹੜੀ ਚੀਜ਼ ਹੁੰਦੀ ਆ? ਕੌੜਾਪਨ। ਔਰ ਇਹਦੇ ਵਿੱਚ ਕੀ ਭਰਨਾ ਭਲਾ? ਵੀ ਮਿਠਾਸ ਭਰਨੀ। ਕੜਤਨ ਇਹਨਾਂ ਦੀ ਜਰੀ ਜਾਣੀ ਆ, ਮਿਠਾਸ ਦਿੱਤੀ ਹੈ। ਯਾਨੀ ਕਿ ਕੜਤਨ ਨੂੰ ਪੀ ਜਾਣਾ ਆ, ਤੇ ਇਹਨਾਂ ਵਿੱਚ ਕੀ ਭਰੀ ਜਾਣੀ ਆ? ਮਿਠਾਸ ਭਰੀ ਜਾਣੀ। ਜਿੱਦਾਂ ਆਪਾਂ ਆਕਸੀਜਨ ਕੀ ਕਰਦੇ ਆ ਭਲਾ? ਕਾਰਬਨ ਡਾਈਆਕਸਾਈਡ ਛੱਡੀ ਜਾਂਦੇ ਆ। ਹਾਲੇਲੂਇਆ। ਹਾਲੇਲੂਇਆ। ਸੋ ਇਹ ਜੋ ਕੁਝ ਵੀ ਕਰਦੇ 12 ਦੇ 12 ਉਹਨਾਂ ਸਾਰਿਆਂ ਨੂੰ ਜਰਨਾ ਤੇ ਸੀਨੇ ਤੇ ਰੱਖਣਾ, ਦਿਲ ਤੇ ਰੱਖਣਾ। ਇਹ ਕਿਹਦੀ ਡਿਊਟੀ ਆ? ਮਹਾਜਾਜਕ ਦੀ। ਹਾਲੇਲੂਇਆ। ਔਰ ਇਹ ਕੱਲਾ ਪਾਸਟਰ ਦੀ ਡਿਊਟੀ ਨਹੀਂ, ਇਹ ਗੱਲ ਧਿਆਨ ਦੇ ਦਿਓ, ਇਹ ਸਾਡੀ ਕੱਲੇ ਕੱਲੇ ਦੀ ਡਿਊਟੀ ਹੈ। ਹਾਲੇਲੂਇਆ। ਜਿੱਦਾਂ ਪਾਸਟਰ ਨੇ ਤੁਹਾਨੂੰ 12 ਸੁਭਾਅ ਨੂੰ ਜਰ ਕੇ ਦਿਖਾਉਣਾ, ਇਦਾਂ ਤੁਹਾਡੇ ਕੋਲ ਆਉਣ ਵਾਲੇ ਵੀ 12 ਪ੍ਰਕਾਰ ਦੇ ਲੋਕਾਂ ਨੂੰ ਕੀ ਕਰਨਾ? ਤੁਸੀਂ 12 ਸੁਭਾਵਾਂ ਨੂੰ ਜਰਨਾ। 12 ਸੁਭਾਵਾਂ ਦੇ ਵਿੱਚ ਇੱਕ ਹੀ ਸੁਭਾਅ ਭਰਨਾ ਆ, ਉਹ ਕਿਹੜਾ? ਯਿਸੂ ਮਸੀਹ ਦਾ। 12 ਮਨ ਦਿਲਾਂ ਮਨਾਂ ਦੇ ਵਿੱਚ ਇੱਕ ਹੀ ਮਨ ਭਰਨਾ, ਕਿਹੜਾ? ਯਿਸੂ ਮਸੀਹ ਦਾ। ਹਾਲੇਲੂਇਆ। 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 ਸੋ ਦੱਸੋ ਡਿਊਟੀ ਛੋਟੀ ਹੈ ਕਿ ਵੱਡੀ? ਹੈਂ? ਇਹਦੇ ਲਈ ਇਹ ਗੱਲਾਂ ਸਿੱਖਣੀਆਂ ਪੈਣੀਆਂ ਕਿ ਨਹੀਂ? ਇਹਦੇ ਲਈ ਪ੍ਰਕਾਸ਼ਿਤ ਵਾਕਿਆ ਸਿੱਖਣਾ ਚਾਹੀਦਾ ਕਿ ਨਹੀਂ? ਇਹਦੇ ਵਿੱਚ ਮਿਲਾਪ ਦਾ ਤੰਬੂ ਸਿੱਖਣਾ ਚਾਹੀਦਾ ਕਿ ਨਹੀਂ? ਇਹਦੇ ਵਿੱਚ ਜਾਜਕ ਸਿੱਖਣਾ ਚਾਹੀਦਾ ਕਿ ਨਹੀਂ? ਇਹਦੇ ਵਿੱਚ ਮੁਕਤੀ ਦੇ ਬਾਰੇ ਸਿੱਖਣਾ ਚਾਹੀਦਾ ਕਿ ਨਹੀਂ? ਦੁਲਹਨ ਦੇ ਬਾਰੇ ਸਿੱਖਣਾ ਚਾਹੀਦਾ ਕਿ ਨਹੀਂ? ਹਾਲੇਲੂਇਆ। ਹਾਲੇਲੂਇਆ। ਕਿਉਂਕਿ ਜੇ ਸਿੱਖਾਂਗੇ ਤੇ ਸਾਨੂੰ ਪਤਾ ਲੱਗੂਗਾ ਕਿ ਸਾਡੀ ਵਰਦੀ ਵਾਕਈ ਉਹੋ ਹੀ ਆ ਜਿਹੜੀ ਖੁਦਾ ਨੇ ਠਹਿਰਾਈ। ਹਾਲੇਲੂਇਆ। ਸੋ ਤਿੰਨ ਕੱਪੜੇ ਪਾਏ ਹੋਏ ਨੇ, 3 ਸੂਟ ਆ, ਔਰ ਤਿੰਨਾਂ ਸੂਟਾਂ ਦੇ ਉੱਪਰ ਤੀਸਰੇ ਸੂਟ ਦੇ ਉੱਤੇ ਇਹ ਪਾਇਆ ਪਿਆ ਆ ਸੀਨੇ ਬੰਦ। ਔਰ ਸੀਨੇ ਬੰਦ ਦੇ ਵਿੱਚ ਸੋਨੇ ਦੇ ਫਰੇਮ ਬਣੇ ਪਏ ਆ। ਕਿੰਨੇ ਫਰੇਮ ਆ? 12। ਇਸ ਚੌਰਸ ਹਿੱਸੇ ਵਿੱਚ 12 ਫਰੇਮ ਸੋਨੇ ਦੇ ਬਣੇ ਪਏ, ਔਰ 12 ਫਰੇਮਾਂ ਦੇ ਵਿੱਚ 12 ਅਨਮੋਲ ਮੋਤੀ ਜਾਂ ਪੱਥਰ ਵੱਖਰੇ ਵੱਖਰੇ 12 ਰੰਗਾਂ ਦੇ। ਕਿੰਨੇ ਰੰਗਾਂ ਦੇ? 12। ਹਾਂ, ਇੱਕ ਪੱਥਰ ਦੂਸਰੇ ਪੱਥਰ ਦੇ ਨਾਲ ਰੰਗ ਦਾ ਮੈਚ ਵੀ ਕਰਦਾ ਨਹੀਂ। ਹਾਲੇਲੂਇਆ। ਹਾਲੇਲੂਇਆ। ਔਰ ਚਮਕ ਔਰ ਕੀਮਤ ਬਹੁਤ ਜ਼ਿਆਦੀ ਹੈ। ਇਹਦਾ ਮਤਲਬ ਇਹ ਟੇਢੇ ਮੇਢੇ ਸੁਭਾਵਾਂ ਦੇ ਲੋਕਾਂ ਦੀ ਕੀਮਤ ਖੁਦਾ ਦੇ ਨਜ਼ਰ ਵਿੱਚ ਕੀ ਭਲਾ? ਬਹੁਤ ਜ਼ਿਆਦਾ। ਹਾਲੇਲੂਇਆ। ਆਪਾਂ ਐਵੇਂ ਕਿਸੇ ਨੂੰ ਰੱਦ ਨਿੰਦ ਸਿੱਟਦੇ ਆ, ਪਰ ਖੁਦਾ ਦੇ ਸਾਹਮਣੇ ਕੀ ਆ? ਕੀਮਤ ਬਹੁਤ ਜ਼ਿਆਦਾ। ਹਾਲੇਲੂਇਆ। ਖੁਦਾ ਨੇ ਕਹਿਣਾ, ਇਹ ਜਦੋਂ ਤੁਸੀਂ ਕਿਸੇ ਨੂੰ ਰੱਦਣਾ ਨਾ, ਖੁਦਾ ਨੇ ਤੁਹਾਨੂੰ ਚੇਤੇ ਕਰਾਉਣਾ ਤੁਹਾਡੇ ਫਰੇਮ, ਕਹਿਣਾ ਇਹ ਤੇਰੇ ਫਰੇਮ ਦਾ 5ਵੇਂ ਨੰਬਰ ਫਰੇਮ ਦਾ ਇਹ ਪਊਗਾ, ਹਾਲੇਲੂਇਆ। ਜਿਹਨੂੰ ਤੂੰ ਕੀ ਕਰਨਾ ਭਲਾ? ਸਹਿਣਾ। ਜਿਹਨੂੰ ਤੂੰ ਰੱਦ ਰਿਹਾ ਇਹਨੂੰ ਅਸਲ 'ਚ ਕੀ ਕਰਨਾ ਹੈ? ਸਹਿਣਾ ਆ। ਕਿਉਂਕਿ ਫਿਲਹਾਲ ਇਹ ਇੱਕ ਓਬੜ ਖਾਬੜ ਪੱਥਰ ਆ, ਪਰ ਤੇਰੇ ਸਹਿਣ ਦੇ ਨਾਲ ਇਹਦੀ ਸ਼ੇਪ ਕਿਦਾਂ ਦੀ ਬਣਨੀ ਆ? ਪ੍ਰੇਮ ਦੇ ਸਹਿਜ ਦੀ। ਹਾਲੇਲੂਇਆ। 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 ਭਾਜੀ ਹੁਣੀ ਨਵੇਂ ਬੇਟੇ ਮਾੜੀ ਮੋਟੀ ਗੱਲ ਸਮਝ ਆ ਰਹੀ? ਮਾੜੀ ਮੋਟੀ ਤੁਰ ਠੀਕ ਹੈ। ਸੋ ਇਹ ਖੁਦਾ ਸਾਨੂੰ ਸਭ ਸ਼ਿਕਾਇਤ ਕਰੂਗਾ। ਔਰ ਤੁਹਾਨੂੰ ਪਤਾ ਹੈ ਜਦੋਂ ਆਪਾਂ ਕਿਸੇ ਨੂੰ ਰੱਦਦੇ ਨਿੰਦਦੇ ਆ ਤੇ ਅੰਦਰੋਂ ਇੱਕ ਆਵਾਜ਼ ਆਉਂਦੀ ਵੀ ਆ,
ਵੀ ਇਹ ਮੇਰੇ ਲਈ ਜਾਇਜ਼ नहीं ਜਾਇਜ਼। ਕਈ ਵਾਰ ਸੋਚਦੇ ਵਾਵਾ ਹੀ ਇਹ ਜ਼ਿਆਦਾ ਹੀ ਕਿਤੇ ਨਕੰਮਾ ਜਿਹਾ ਹੈ, ਜ਼ਿਆਦਾ ਹੀ ਮੈਨੂੰ ਦੁਖੀ ਕੀਤਾ ਹੈ, ਤੇ ਖੁਦਾ ਕਹਿੰਦਾ ਆ ਇਹਦੇ ਚ ਜ਼ਿਆਦਾ ਹੀ ਮਿਠਾਸ ਭਰਨੀ। हालेलुया ਹਾਲੇਲੂਇਆ। हालेलुया ਕਈ ਵਾਰ ਕਹਿੰਦੇ ਨਾ ਮੇਰਾ ਬੰਦਾ ਬੜਾ ਕੱਬਾ। ਹਾਲੇਲੂਇਆ। ਖੁਦਾ ਕਹਿੰਦਾ ਇਹ ਆ ਜਿਹੜਾ ਤੇਰੇ ਪਹਿਲੇ ਨੰਬਰ ਫਰੇਮ ਤੇ ਲੱਗਣਾ ਹੈ। हालेलुया ਕਿੱਥੇ ਲੱਗਣਾ ਹੈ? ਪਹਿਲੇ ਨੰਬਰ ਫਰੇਮ ਤੇ ਤੇਰਾ ਬੰਦਾ ਹੀ ਲੱਗਣਾ। ਇਹ ਜਿਹੜਾ ਕੁੱਬਾ ਆ ਇਹਨੂੰ ਸਿੱਧਾ ਤੇਰੇ ਪ੍ਰੇਮ ਨੇ ਹੀ ਕਰਨਾ ਆ। हालेलुया ਹਾਲੇਲੂਇਆ। ਤੇ ਜੇ ਤੂੰ ਪ੍ਰੇਮ ਚਾਹਵੇਂ ਤੇ ਉਹ ਵੀ ਕਿਤੋਂ ਬਾਹਰੋਂ ਨਹੀਂ ਮਿਲਣਾ। ਪਰਮੇਸ਼ਰ ਨੇ ਤੇਰੇ ਅੰਦਰ ਹੀ ਰੱਖਿਆ ਆ। ਤੈਨੂੰ ਨੀਲੇ ਚੋਗੇ ਨਾਲ ਕੀ ਕੀਤਾ ਆਇਆ ਭਲਾ? ਪਾਇਆ ਹੋਇਆ ਨੀਲਾ ਚੋਕ? ਨੀਲਾ ਚੋਗਾ ਪਾਇਆ ਤੇਰੀ ਕੋਲ ਹੀ ਆ। ਪ੍ਰੇਮ ਕਿਤੋਂ ਬਾਹਰੋਂ ਨਹੀਂ ਲੈਣਾ। ਪ੍ਰੇਮ ਕਿਤੇ ਪਿਤਾ ਕੋ ਮੰਗਣਾ ਨਹੀਂ, ਉਹਨੇ ਤੈਨੂੰ ਪਹਿਲਾਂ ਹੀ ਬਿਨੇ ਮੰਗਿਆ ਹੀ ਈਸ਼ਵਰੀय ਪ੍ਰੇਮ ਦੇ ਦਿੱਤਾ। हालेलुया ਹਾਲੇਲੂਇਆ। ਤੇਰੇ ਪ੍ਰੇਮ ਤੇ ਕਿਹਦਾ ਪ੍ਰੇਮ ਭਾਰੂ ਪੈ ਗਿਆ ਆ? ਈਸ਼ਵਰੀय ਪ੍ਰੇਮ। ਤੇ ਤੂੰ ਈਸ਼ਵਰੀय ਪ੍ਰੇਮ ਨੂੰ ਕ੍ਰੋਸ ਕਰਕੇ ਆਪਣਾ ਜਿਹੜਾ ਮਨੁੱਖੀ ਪ੍ਰੇਮ ਹੈ, ਸਵਾਰਥੀ ਪ੍ਰੇਮ ਹੈ, ਇਹਨੂੰ ਬਾਹਰ ਨਾ ਆਉਣ ਦੇਣਾ। हालेलुया ਇਹਦੇ ਦੁਆਰਾ ਕੰਮ ਕਰਨਾ ਨਹੀਂ। ਮੈਂ ਜਿਹੜਾ ਤੈਨੂੰ ਪਹਿਰਾਵਾ ਪਾਇਆ ਇਹਦੇ ਵਿੱਚ ਹੀ ਰਹਿਣਾ ਆ। ਇਸ ਪ੍ਰੇਮ ਨਾਲ ਆਪਣੇ ਮਨੁੱਖੀ ਪ੍ਰੇਮ ਨੂੰ ਦਬਾ ਕੇ ਰੱਖਣਾ। हालेलुया ਈਸ਼ਵਰੀ ਪ੍ਰੇਮ ਨੂੰ ਪ੍ਰਕਾਸ਼ਿਤ ਕਰਨਾ ਹੈ। ਹੁਣ ਤੱਕ ਸਮਝ ਆ ਰਿਹਾ ਗੱਲ? ਹਾਲੇਲੂਇਆ। ਸੋ ਇਹਦੇ ਚ 12 ਫਰੇਮ ਸੋਨੇ ਦੇ ਫਰੇਮ ਆ, ਛੋਟੇ ਛੋਟੇ ਫਰੇਮ ਜਿਹੜੇ ਦਿਸਦੇ ਆ, ਔਰ ਇਹਨਾਂ ਵਿੱਚ ਅਨਮੋਲ ਪੱਥਰ ਲੱਗੇ ਹੋਏ ਆ। ਅਨਮੋਲ ਪੱਥਰ ਅੱਜ ਕੱਲ ਦੇ ਹੀਰੇ, ਉਹਨਾਂ ਦੀ ਕੀਮਤ ਮੈਚਿੰਗ ਹੋ ਸਕਦੀ नहीं ਬਚਾਏ ਜਾ ਸਕਦੇ। ਇਸ ਲਈ ਬਹੁਤੇ ਆ ਸਾਡੇ ਵਿੱਚ ਜਿਹੜੇ ਆਤਮਿਕ ਤੌਰ ਤੇ ਠੰਡੇ ਆ ਔਰ ਸਰੀਰਕ ਤੌਰ ਤੇ ਸਰਗਰਮ ਆ, ਔਰ ਬੜੀਆਂ ਸਰੀਰਕ ਖੁਆਇਸ਼ਾਂ ਲੈ ਕੇ ਚੱਲ ਰਹੇ ਆ, ਬੜੀਆਂ ਉਹਨਾਂ ਦੇ ਵਿੱਚ ਮੰਨਤਾਂ ਮੁਰਾਦਾਂ ਚੱਲ ਰਹੀਆਂ ਆ। ਉਹਨਾਂ ਨੂੰ ਕੀ ਬਣਾਇਆ ਆ? ਓਪੜ ਖੋਪੜ ਬਣਾਇਆ, ਸਹਿਜ ਵਧਾਇਆ ਹੋਇਆ ਆ। ਪਰ ਖੁਦਾ ਨੇ ਸਾਨੂੰ ਕੱਲੇ ਕੱਲੇ ਨੂੰ ਚੁਣ ਕੇ ਉਹਨਾਂ ਦੇ ਸਹਿਜਾਂ ਨੂੰ ਠੀਕ ਕਰਨ ਦੇ ਲਈ ਰੱਖਿਆ। हालेलुया ਹਾਲੇਲੂਇਆ। ਹਾਲੇਲੂਇਆ। ਅੱਛਾ ਦੱਸੋ, ਆਈਡੀਆ ਮਾੜਾ ਜਿਹਾ ਲਾ ਕੇ ਦੱਸੋ, ਤੁੱਕਾ ਜਿਹਾ ਲਾ ਕੇ, ਇਹ ਜਿਹੜਾ ਫਰੇਮ ਬਣਾਇਆ ਗਿਆ, 12 ਫਰੇਮ ਜਿਹੜੇ ਬਣਾਏ ਆ, ਇਹ ਕਿਹਨੇ ਬਣਾਏ ਆ? ਇਹ ਮਹਾਜਾਜਕ ਹਾਰੂਨ ਨੇ। ਕਾਰੀਗਰਾਂ ਕਾਰੀਗਰ ਤੇ ਕਾਰੀਗਰ ਕਿੱਥੋਂ ਆ? ਇਸਰਾਏਲੀਆਂ ਵਿੱਚੋਂ। ਸਮਝ ਆ ਰਹੀ ਗੱਲ? ਹਾਰੂਨ ਨਹੀਂ ਬਣਾ ਰਿਹਾ, ਖੁਦਾ ਨੇ ਉਹਨਾਂ ਵਿੱਚ ਕੀ ਪਾਈ ਆ? ਬੁੱਧ ਪਾਈ ਆ। ਹਾਲੇਲੂਇਆ। 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 ਇਸ ਲਈ ਖੁਦਾ ਸਾਡੇ ਕੋਲ ਸੰਗਤੀ ਚ ਜਦੋਂ ਲੈ ਕੇ ਆ ਰਿਹਾ ਕਿ ਬੁੱਧ ਪਾ ਕੇ ਰਹਿ ਕੇ ਆ ਰਿਹਾ ਹੈ। ਹਾਲੇਲੂਇਆ। ਤੇ ਉਹਦੇ ਲਈ ਅਸੀਂ ਆਪਣੇ ਆਪ ਨੂੰ ਕੀ ਕਰਨਾ ਆ? ਸੈੱਟ ਕਰਨਾ ਆ ਕਿ ਉਹ ਸਾਡੇ ਵਿੱਚ ਇੱਕ ਨਗ ਦੀ ਤਰ੍ਹਾਂ ਕੀ ਹੋ ਜਵੇ? ਫਿੱਟ ਹੋ ਜਾਵੇ। ਹਾਲੇਲੂਇਆ। ਸੋ ਆ ਜਾਓਗੇ। ਉਸ ਤੋਂ ਬਾਅਦ ਇਹਦੇ ਤੇ ਮੋਢਿਆਂ ਤੇ ਦੇਖਦੇ ਆ। ਮੋਢਿਆਂ ਤੇ ਵੀ 2 ਪੱਥਰ ਆ। ਪੱਥਰ ਸਿਰਫ 2 ਹੀ ਆ। ਮੋਢਿਆਂ ਤੇ ਫਰੇਮ ਕਿੰਨਾ? ਇੱਕ ਇੱਧਰ ਤੇ ਇੱਕ ਇੱਧਰ। ਪੱਥਰ ਕਿੰਨੇ ਉਹਨਾਂ ਵਿੱਚ? ਇੱਕ ਇੱਕ। 2 ਹੀ ਫਰੇਮ ਹੈ ਤੇ 2 ਹੀ ਪੱਥਰ ਹੈ। ਔਰ ਪੱਥਰ ਵੀ ਕਿਹੜੇ ਆ? ਸੁਲੇਮਾਨੀ। ਹਾਲੇਲੂਇਆ। ਦੋਨਾਂ ਪਾਸੇ ਕਿਹੜੇ ਪੱਥਰ ਆ? ਸੁਲੇਮਾਨੀ। ਵੈਰਾਈਟੀਆਂ ਕਿੰਨੀਆਂ ਆ? ਇੱਕ ਹੀ ਆ। ਪੱਥਰ ਕਿੰਨੇ ਵੈਰਾਈਟੀ ਦੇ ਆ? ਇੱਕ ਦੇ ਆ। ਸੋਨੇ ਦਾ ਫਰੇਮ ਇੱਥੇ ਲੱਗਾ ਆ, ਜਿਹਦਾ ਪੁਲਿਸ ਦੇ ਉਹ ਲੱਗੇ ਹੁੰਦੇ ਨਾ ਸਟਾਰ, ਉਹ ਤਾਂ ਇੱਥੇ ਲੱਗੇ ਹੁੰਦੇ ਆ। ਸੌਰੀ ਇੱਥੇ ਹੁੰਦੇ ਆ। ਇੱਥੇ ਸਟਾਰ ਦੀ ਥਾਂ ਤੇ ਕੀ ਆਇਆ ਭਲਾ? ਫਰੇਮ ਆ ਸੋਨੇ ਦਾ, ਔਰ ਇਹਦੇ ਵਿੱਚ ਪੱਥਰ ਲਗਾਇਆ ਹੋਇਆ ਆ, ਇੱਕ ਇੱਧਰ ਤੇ ਇੱਕ ਇੱਧਰ। ਔਰ ਉਹ ਸੁਲੇਮਾਨੀ ਪੱਥਰ ਦੇ ਵਿੱਚ 6 ਗੋਤਾਂ ਦੇ ਨਾਮ ਇੱਧਰ ਆ ਤੇ 6 ਦੇ ਇੱਧਰ। ਹਾਲੇਲੂਇਆ। ਸੁਲੇਮਾਨੀ ਪੱਥਰਾਂ ਨੂੰ ਲੈ ਕੇ ਚੱਲਣਾ ਹੈ। ਹਾਲੇਲੂਇਆ। ਔਰ ਗੋਤਰਾਂ ਦੇ 6 ਦੇ ਬੋਝ ਨੂੰ ਲੈ ਕੇ ਚੱਲਣਾ ਹੈ। ਹਾਲੇਲੂਇਆ। ਇਹ ਜ਼ਿੰਮੇਵਾਰੀ ਕਿਹਦੀ ਆ ਬਈ? ਹਾਰੂਨ ਮਹਾਜਾਜਕ। ਔਰ ਉਸ ਤੋਂ ਬਾਅਦ ਇਹ ਜ਼ਿੰਮੇਵਾਰੀ ਕਿਹਨਾਂ ਨੂੰ ਸੌਂਪ ਦਿੱਤੀ ਗਈ ਆ? ਸਾਨੂੰ। ਹਾਲੇਲੂਇਆ। ਜਿਹੜਾ ਛੋਟੇ ਤੋਂ ਵੀ ਛੋਟੇ ਨੂੰ ਵੀ ਮੇਰੇ ਨਾਮ ਚ ਕਬੂਲ ਕਰਦਾ ਆ, ਉਹ ਕਿਹਨੂੰ ਕਬੂਲ ਕਰਦਾ ਆ? ਛੋਟੇ ਤੋਂ ਛੋਟੇ ਤੋਂ ਭਾਵ ਕੀ ਹੋਇਆ? ਛੋਟੇ ਤੋਂ ਛੋਟਾ। ਫਿਰ ਆਪਾਂ ਨਵਾਂ ਜਨਮ ਪਾਇਆ ਹੀ ਕਹਾਂਗੇ, ਹੈ ਨਾ? ਨਵਾਂ ਜਨਮ ਪਾਇਆ, ਵਿਸ਼ਵਾਸੀ, ਡੀਕਨ, ਐਲਡਰ, ਪਾਸਟਰ, ਇਕਾਂ ਕੇ ਪਾਸੇ ਕਈਆਂ ਦੀ। ਛੋਟੇ ਤੋਂ ਛੋਟੇ ਦੇ ਵਿੱਚ ਵੀ ਕੌਣ ਹੈ ਭਲਾ? ਪ੍ਰਭੂ ਯਿਸੂ। ਹਾਲੇਲੂਇਆ। ਆ ਜਾਓ।
ਪੰਜਵੀਂ ਗੱਲ ਜਿਹੜੇ ਜਾਜਕ ਹਨ ਹੂੰ। ਉਹ ਪਤਨੀ ਦਾ ਚੁਣਨ ਕਰਨ ਵੇਲੇ ਚੌਕਸ ਰਹਿਣ। ਹਾਂ, ਪਤਨੀ ਦੀ ਚੋਣ ਕਰਨ ਵੇਲੇ ਉਹ ਕੀ ਰਹਿਣ ਭਲਾ? ਚੌਕਸ। ਹਾਂ, ਜਾਜਕਾਂ ਨੇ ਪਤਨੀ ਵੀ ਐਵੇਂ ਕਿ ਐਵੇਂ ਨਹੀਂ ਲੈਣੀ ਬਸ ਉਹ ਕੁੜੀ ਬੜੀ ਸੋਹਣੀ ਆ ਮੈਂ ਤਾਂ ਉਹਦੇ ਨਾਲ ਵਿਆਹ ਕਰਵਾਉਣਾ, ਇਦਾਂ ਨਹੀਂ ਹੋ ਸਕਦਾ। ਹਾਲੇਲੂਇਆ। ਇਹਨਾਂ ਨੇ ਚੌਕ ਸੁਣਾ ਆ, ਉਹ ਦੇਖਣਾ ਆ ਖੁਦਾ ਦਾ ਰੂਹ ਕਿਹਦੇ ਤੇ ਠਹਿਰਿਆ ਪਿਆ ਆ, ਖੁਦਾ ਦੇ ਅਧੀਨ ਕੌਣ ਚੱਲਣ ਵਾਲੀ ਆ। ਹਾਲੇਲੂਇਆ। ਔਰ ਉਸ ਲੜਕੀ ਨੂੰ ਉਹਨਾਂ ਨੇ ਕੀ ਕਰਨਾ? ਆਪਣੀ ਦੁਲਹਨ ਹੋਣ ਲਈ ਚੁਣਨਾ। ਯਿਸੂ ਵੀ ਕਿੱਦਾਂ ਚੁਣ ਰਿਹਾ ਸੀ? ਬੱਜ ਤੋਂ ਰਹਿ। ਹਾਲੇਲੂਇਆ। ਅੱਜ ਅੱਗੇ ਉਹਨਾਂ ਉੱਤੇ ਕਿਸੇ ਪ੍ਰਕਾਰ ਦਾ ਟੈਕਸ ਨਾ ਲੱਗੇ। ਹਾਂ, ਕੋਈ ਉਹਨਾਂ ਤੇ ਕਰ ਵਗੈਰਾ ਲੱਗਦਾ ਨਹੀਂ। ਹਾਂ, ਉਹ ਸਨਮਾਨਿਤ ਕੀਤੇ ਜਾਣ। ਉਹ ਕੀ ਕੀਤੇ ਜਾਣੇ ਆ ਭਲਾ? ਅਪਮਾਨਿਤ ਕੀਤੇ ਜਾਣ ਨੇ। ਕੀ ਕੀਤੇ ਜਾਣ ਭਲਾ? ਸਨਮਾਨਿਤ ਕੀਤੇ ਜਾਣ। ਸਨਮਾਨਿਤ ਇਹਨਾਂ ਨੂੰ ਕੌਣ ਕਰ ਸਕਦਾ? ਆਦਰ ਦਾਸਾਂ ਨੂੰ ਸਨਮਾਨਿਤ ਕੌਣ ਕਰ ਸਕਦਾ ਹੈ? ਜਿਨ੍ਹਾਂ ਨੇ ਕੀ ਪਾਇਆ? ਨਵਾਂ ਜਨਮ ਪਾਇਆ, ਵਚਨ ਦਾ ਬੀਜ ਪਾਇਆ, ਪ੍ਰਮਾਤਮਾ ਕੋਲ ਬੁੱਧ ਪਾਈ ਆ, ਉਹ ਹੀ ਇਹਨਾਂ ਨੂੰ ਸਨਮਾਨਿਤ ਕਰ ਸਕਦੇ ਆ। ਸੰਸਾਰ ਦੀ ਟੇਢੀ ਮੇਢੀ ਪੀੜੀ ਨਹੀਂ। ਹਾਲੇਲੂਇਆ। ਇਸੇ ਲਈ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਕਿ ਦਾਸਾਂ ਦਾ ਆਦਰ ਕਿੰਨਾ ਕਰੋ? ਦੁੱਗਣਾ ਕਰੋ। ਅੱਗੇ ਆ ਜਾਓ। ਉਹਨਾਂ ਦੇ ਕੋਲ ਮਦਦਗਾਰ ਲੋਕ ਹੋਣ। ਹਾਂ, ਉਹਨਾਂ ਦੇ ਨਾਲ ਕੀ ਹੋਣਾ? ਸਹਾਇਕ ਲੋਕ ਵੀ ਹੋਣੇ ਆ, ਜਿਹੜੇ ਉਹਨਾਂ ਦੇ ਨਾਲ ਸੇਵਾ ਦੇ ਵਿੱਚ ਕੀ ਕਰਨ ਭਲਾ? ਸਹਿਯੋਗ ਕਰਨ। ਹਾਂਜੀ। ਮਹਾਜਾਜਕ ਨੇ ਅਭਿਸ਼ਿਕਤ ਹੋਣਾ ਹੈ। ਹਾਂ। ਮਸਾ ਕੀਤਾ। ਜਾਜਕ ਨੇ ਕੀ ਹੋਣਾ ਨਾਲ? ਅਭਿਸ਼ੇਕ ਹੋਣਾ। ਉਹ ਮੱਸਾ ਕੀਤਾ ਹੋਇਆ, ਪ੍ਰਮਾਤਮਾ ਦੇ ਵੱਲੋਂ ਠਹਿਰਾਇਆ ਹੋਇਆ ਹੋਣਾ ਚਾਹੀਦਾ। ਹਾਂ, ਠੀਕ ਹੈ ਜੀ। ਇਹ ਗੱਲਾਂ ਕਿਹਨਾਂ ਚ ਪਾਈਆਂ ਜਾਣੀਆਂ ਆ? ਤੇ ਇਹ ਗੱਲਾਂ ਕਿਹਨਾਂ ਨੂੰ ਪ੍ਰੇਰਣਾ ਕਰਦੀਆਂ ਆ? ਸਾਨੂੰ। ਸੋਖਾ ਮਾਰ ਕਰੇਗਾ। ਖੁਦਾਵੰਦ ਤੇਰਾ ਸ਼ੁਕਰ, ਤੇਰਾ ਸ਼ੁਕਰ, ਤੇਰਾ ਸ਼ੁਕਰ, ਤੇਰਾ ਸ਼ੁਕਰ, ਤੇਰਾ ਸ਼ੁਕਰ। ਪ੍ਰਭੂ ਜੀ ਤੇਰੀ ਤਾਰੀਫ, ਤੇਰਾ ਧੰਨਵਾਦ ਕਰਦੇ ਜਦੋਂ ਤੇਰੀ ਹਜ਼ੂਰੀ ਵਿੱਚ ਬੈਠ ਕੇ ਖੁਦਾਵੰਦ ਸਾਨੂੰ ਤੇਰੇ ਵਚਨ ਸੁਣਨ ਦਾ ਸੁਭਾਗੇ ਮਿਲਿਆ। ਔਰ ਪ੍ਰਭੂ ਜਦੋਂ ਇਹਦੇ ਤੋਂ ਸਾਨੂੰ ਜ਼ਿੰਮੇਵਾਰੀ ਨਿਕਲ ਕੇ ਆ ਰਹੀ ਹੈ, ਅਸੀਂ ਉਹਨੂੰ ਪੂਰਾ ਕਰ ਸਕੀਏ। ਵੱਡੀ ਕਿਰਪਾ ਕਰ ਪ੍ਰਭੂ ਯਿਸੂ ਮਸੀਹ ਨਾਮ ਚ ਆਮੀਨ। ਆਪਣੇ ਆਪਣੇ ਦਿਲ ਤੇ ਯਾਤਰਾ ਕਰੋ। ਖੁਦਾਵੰਦ ਧੰਨਵਾਦ ਤੇਰੇ ਲੋਕਾਂ ਨੇ ਜਦੋਂ ਦਿਲਾਂ ਤੇ ਯਾਤਰਾ ਕੀਤੀ, ਹੱਥਾਂ ਤੁਹਾਡਾ ਹੱਥ ਆਵੇ ਔਰ ਹਰ ਪ੍ਰਕਾਰ ਦਾ ਬੰਧਨ ਪ੍ਰਭਾਵ ਨਸ਼ਟ ਹੋ ਜਾਏ। ਯਿਸੂ ਮਸੀਹ ਨਾਮ ਚ ਆਮੀਨ। ਹਾਲੇਲੂਇਆ।